ਸੋ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ ਜੀ। ਇਸ ਵਕਤ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰੀ ਜੁੜੇ ਹੋਏ ਨੇ। ਸੋ ਇਹਨਾਂ ਨਾਲ ਗੱਲਬਾਤ ਅੱਗੇ ਕੁਝ ਤੋਰਨ ਤੋਂ ਪਹਿਲਾਂ ਤੁਹਾਨੂੰ ਕੁਝ ਵਪਾਰਕ ਸੁਨੇਹੇ ਵੀ ਦੇ ਦਈਏ। ਤੁਸੀਂ ਜੇਕਰ ਸੈਟਲ ਦੇ ਅਤੇ ਵਾਸ਼ਿੰਗਟਨ ਏਰੀਏ ਦੇ ਵਿੱਚ ਜਾਂ ਕਿਤੇ ਵੀ ਹੋ, ਭਾਵੇਂ ਇੱਥੇ ਤੁਸੀਂ ਕੈਨੇਡਾ ਹੀ ਰਹਿੰਦੇ ਹੋ, ਤਾਂ ਸੈਟਲ ਕੋਈ ਬਾਹਲੀ ਦੂਰ ਨਹੀਂ। 24 ਕੈਰਟ ਸੋਨੇ ਦੇ ਗਹਿਣੇ ਖਰੀਦਣੇ ਹੈ, ਭਾਵੇਂ ਉਹ ਕੁੰਦਨ ਦੇ ਹੋਣ ਅਤੇ ਜਾਂ ਦੂਜੇ। ਤੁਸੀਂ ਆਰਡਰ 'ਤੇ ਵੀ ਬਣਵਾ ਸਕਦੇ ਹੋ, ਰੈਡੀ ਸਟਾਕ ਵੀ ਮਿਲਦਾ। ਤਾਂ ਇੱਕ ਵਾਰੀ AC ਜੁਐਲਰਸ 25416 104 ਐਵੀਨਿਊ ਸਾਊਥ 104 ਐਵੀਨਿਊ ਕੈਂਟ ਦੇ ਉੱਤੇ ਗੇੜਾ ਜ਼ਰੂਰ ਲਾਓ। ਇੱਥੇ ਤੁਹਾਨੂੰ ਅੰਗੇਜਮੈਂਟ ਰਿੰਗ, ਕੈਂਠਾ ਜੋੜੀ, ਚੂੜੀਆਂ, ਟੌਪਸ, ਰਾਣੀ ਹਾਰ, ਕੜੇ ਅਤੇ ਡਾਇਮੰਡ ਰਿੰਗ ਹੈ ਜਿਹੜੀ, ਉਹ ਹਰ ਵਕਤ ਰੈਡੀ ਸਟਾਕ ਮਿਲਦੀ ਹੈ। ਇਸ ਤੋਂ ਇਲਾਵਾ ਤੁਹਾਡੇ ਲਈ ਇਹ ਆਰਡਰ 'ਤੇ ਵੀ ਤਿਆਰ ਕਰਕੇ ਦਿੰਦੇ ਨੇ। ਦੁਬਈ ਤੋਂ ਪਿਓਰ ਸੋਨਾ ਆਉਂਦਾ ਹੈ। ਬਿਸਕੁਟ ਲੈਣਾ ਜਾਂ ਕਿਸੇ ਤਰ੍ਹਾਂ ਦਾ ਤੁਸੀਂ ਹੋਰ ਸੋਨੇ ਲੈਣੇ ਤਾਂ 2536562266 'ਤੇ ਕਾਲ ਕਰ ਸਕਦੇ ਹੋ, ਜਾਂ ਵਿਜੇ ਨਾਲ 85680388 856 803 88 77 'ਤੇ ਕਾਲ ਕਰ ਸਕਦੇ ਹੋ। ਕਿਸੇ ਤਰ੍ਹਾਂ ਦਾ ਅਕਾਊਂਟਸ ਮੇਨਟੇਨ ਕਰਾਉਣਾ ਹੈ, ਟਰੱਕ ਬੁੱਕ ਕੀਪਿੰਗ ਹੈ, ਪਰਸਨਲ ਟੈਕਸਿਸ ਨੇ ਜਾਂ ਬਿਜ਼ਨਸ ਟੈਕਸ ਹੈ, ਤਾਂ ਤੁਸੀਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ ਅਤੇ ਲੋਕਪਾਲ ਸਿੰਘ ਸੋਲ ਦਾ ਨਾਂ ਨਾ ਭੁੱਲਣਾ। ਇਹਨਾਂ ਦਾ ਟੈਲੀਫੋਨ ਨੰਬਰ ਨੋਟ ਕਰ ਲਓ, 2535208886 ਦੇ ਉੱਤੇ ਕਾਲ ਕਰ ਲਿਓ। ਪੰਜਾਬੀ ਦੇ ਵਿੱਚ ਬੇਝਿਜਕ ਹੋ ਕੇ ਤੁਸੀਂ ਇਹਨਾਂ ਦੇ ਨਾਲ ਆਪਣੀ ਗੱਲਬਾਤ ਕਰ ਸਕਦੇ ਹੋ। ਇਹਨਾਂ ਦਾ ਆਫਿਸ ਲੋਕੇਸ਼ਨ ਹੈ ਜੀ 24915 104 ਐਵੀਨਿਊ ਕੈਂਟ, ਵਾਸ਼ਿੰਗਟਨ ਦੇ ਵਿੱਚ। ਅਤੇ ਵਾਸ਼ਿੰਗਟਨ ਦਾ ਹੀ ਇੱਕ ਜਾਣਿਆ ਪਹਿਚਾਣਿਆ ਅਤੇ ਮਸ਼ਹੂਰ ਨਾਂ ਜੀ ਮੱਖਣ ਨਾਗਰਾ। ਇਹਨਾਂ ਨੇ ਆਪਣਾ ਸਪਾਈਸ ਬਲਿਸ ਐਂਡ ਇੰਡੀਅਨ ਰੈਸਟੋਰੈਂਟ ਖੋਲ੍ਹ ਲਿਆ, ਜਿੱਥੇ ਤੁਸੀਂ ਡਾਈਨ ਇਨ ਕਰ ਸਕਦੇ ਹੋ। ਜੇਕਰ ਤੁਸੀਂ ਪਿਕ ਕਰਨਾ ਤਾਂ ਡਾਊਨਟਾਊਨ 1520 ਬਰਾਡਵੇ ਸੈਟਲ ਤੋਂ ਕਰ ਸਕਦੇ ਹੋ। ਡਾਈਨ ਇਨ ਦੀ ਲੋਕੇਸ਼ਨ ਹੈ 23609104 ਐਵੀਨਿਊ ਕੈਂਟ ਦੇ ਵਿੱਚ। ਕਿਸੇ ਤਰ੍ਹਾਂ ਦੀ ਤੁਸੀਂ ਕੈਟਰਿੰਗ ਕਰਵਾਉਣੀ ਹੈ ਜਾਂ ਫਿਰ ਉੱਥੇ ਡਾਈਨ ਇਨ ਕਰਨਾ, ਬੱਚਿਆਂ ਦੇ ਨਾਲ ਇੰਡੀਅਨ ਸਨੈਕਸ ਖਾਣੇ, ਐਪੀਟਾਈਜ਼ਰ ਹੈ ਜਾਂ ਫਿਰ ਸਟਾਰਟਰ ਨੇ, ਤਾਂ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਆਓ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ੈਟਲ ਏਰੀਏ ਦੇ ਵਿੱਚ ਓਨਰ, ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ, ਤੁਹਾਨੂੰ ਵਧੀਆ ਬੋਨਸ ਵੀ ਨਾਲ ਦਿੰਦੇ ਨੇ। ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ, ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਗਰੰਟਿਡ ਗ੍ਰੇਟ ਐਂਡ ਕੁਇਕ ਸਰਵਿਸ। ਲੋਕੇਸ਼ਨ ਹੈ ਜੀ 1315 ਵੈਸਟਰਨ ਹਨਾ ਐਵੀਨਿਊ, ਇੰਡੀਅਨੈਪਲਿਸ। ਅਤੇ ਤੁਸੀਂ ਆਪਣੇ ਟਰੱਕ, ਟ੍ਰੇਲਰ, ਰੀਫਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਵਾ ਸਕਦੇ ਹੋ, DOT ਸੇਫਟੀ ਵੀ ਕਰਵਾ ਸਕਦੇ ਹੋ। ਅਤੇ ਇਹ ਤੁਹਾਨੂੰ ਟੋ ਟਰੱਕ ਦੀ ਵੀ ਫੈਸਿਲਿਟੀ ਦਿੰਦੇ ਨੇ। 3179797205 ਜਾਂ 6612045818 'ਤੇ ਕਾਲ ਕਰ ਸਕਦੇ ਹੋ। ਮਾਲਵਾ ਟਰੱਕ ਲਾਈਨ ਐਂਡ ਟ੍ਰੇਲਰ ਰਿਪੇਅਰ ਸਰਵਿਸ, ਇੱਥੇ ਹਰ ਤਰ੍ਹਾਂ ਦੇ ਟਰੱਕ ਐਂਡ ਟ੍ਰੇਲਰਸ ਦੀ ਤੁਹਾਨੂੰ ਰਿਪੇਅਰ ਕਰਾ ਸਕਦੇ ਹੋ। ਰੀਫਰ ਵੀ ਕੋਈ ਵੀ ਮੇਕ ਹੋਵੇ ਤਾਂ ਉਹ ਵੀ ਕਰਾ ਸਕਦੇ ਹੋ। ਡੈਫ ਕਲੀਨਿੰਗ ਤੋਂ ਲੈ ਕੇ DOT ਸੇਫਟੀ, ਇੰਜਨ ਰੀਬਿਲਟ ਤੋਂ ਲੈ ਕੇ ਟਰਾਂਸਮਿਸ਼ਨ ਤੱਕ। 10224 ਰੈਜ਼ੀਡੈਂਸੀ ਰੋਡ, ਮਨਾਸਸ, ਹਾਈਵੇ 66 ਐਗਜ਼ਿਟ 43 'ਤੇ ਨੇ। ਫੋਨ ਨੰਬਰ ਹੈ ਜੀ 8043728800 'ਤੇ ਕਾਲ ਕਰ ਸਕਦੇ ਹੋ। ਸੋ ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਤੇਲੂ ਰਾਮ ਦੀ ਠੱਗੀ ਦਾ ਮਸਲਾ ਜੋੜਾਂ ਵਿੱਚ ਬਹਿ ਗਿਆ ਆਸ਼ੂ ਦੇ। ਹੁਣ ਕਹਿੰਦੇ ਲੀਰਾਂ ਦੀ ਖੁੱਦੋਂ ਖੁੱਲ੍ਹ ਗਈ ਹੈ, ਅਤੇ ਇਹਨਾਂ 'ਚੋਂ ਇੱਕ ਲੀਰ ਕਹਿੰਦੇ ਬਠਿੰਡੇ ਦੇ ਵਿੱਚ ਵੀ ਆਣ ਡਿੱਗੀ ਹੈ। ਹੁਣ ਇਹ ਲੀਰ ਹੈ ਜਿਹੜੀ, ਇਹ ਮੈਨੂੰ ਲੱਗਦਾ ਕਿ ਸਾਡੇ ਸਾਬਕਾ ਵਿੱਤ ਮੰਤਰੀ ਸਾਹਿਬ ਦਾ ਵੀ ਖਿਲਾਰਾ ਪਾਊਗੀ, ਕਿਉਂਕਿ ਅਕਾਲੀ ਤੋਂ ਭਾਜਪਾ ਹੀ ਬਣੇ ਸਾਬਕਾ ਵਿਧਾਇਕ ਅਤੇ ਸਰੂਪ ਸਿੰਗਲਾ ਹੋਰਾਂ ਨੇ ਜਿਹੜੀ ਹੈ ਆਪਣੀ ਰਣਨੀਤੀ ਘੜ ਲਈ ਹੈ, ਅਤੇ ਇਸ ਰਣਨੀਤੀ ਪਿੱਛੇ ਰਾਜਨੀਤੀ ਵੀ ਹੋਊਗੀ ਕੋਈ ਨਾ ਕੋਈ। ਦੇਖੋ, ਗੱਲ ਇਹ ਹੈ ਕਿ ਸ਼ੁਰੂ 'ਚ ਆ ਰਿਹਾ ਸੀ 2000 ਕਰੋੜ ਰੁਪਏ ਦਾ ਘਪਲਾ ਜੀ। ਅੱਜ ਇੱਕ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ, ਉੱਥੇ ਇੱਕ AFSO ਹੈ ਜੀ, ਅਸਿਸਟੈਂਟ ਫੂਡ ਸਪਲਾਈ ਆਫਿਸਰ ਜੀ। ਉਹ ਕਹਿੰਦਾ ਜੀ ਮੇਰੇ ਕੋਲ ਬਹੁਤ ਸਮਾਨ ਪਿਆ, ਲੈ ਲਓ ਜਿੰਨਾ ਲੈਣਾ।
ਇਹ 2000 ਕਰੋੜ ਰੁਪਏ ਦਾ ਘਪਲਾ ਨਹੀਂ, ਹੂੰ। ਇਹ 25000 ਕਰੋੜ ਰੁਪਏ ਦਾ ਬੱਲੇ ਬੱਲੇ ਘਪਲਾ ਬੱਲੇ ਹੈ। ਬੱਲੇ ਬੱਲੇ। ਤੇ ਜੇ 25000 ਕਰੋੜ ਰੁਪਏ ਦਾ ਘਪਲਾ ਉਹ ਕਹਿੰਦਾ ਹੈ, ਤੇ ਫਿਰ ਤਾਂ ਬਹੁਤ ਕੁਝ ਹੋ। ਅਜੇ ਤਾਂ ਤੇਲੂ ਰਾਮ ਦਾ ਤੇਲ ਹਲਾਇਆ ਥੋੜਾ ਜਿਹਾ, ਹੂੰ। ਕੱਢਿਆ ਨਹੀਂ ਤੇਲ, ਹਲਾਇਆ ਹਲਾਇਆ ਹੀ ਆ, ਜਿਵੇਂ ਕਹਿੰਦੇ ਉਹ ਸਰੋਂ ਦਾ ਪੀਪਾ ਹਲਾਇਆ। ਗਾਰ ਹਲਾਈ ਆ ਜੇ ਥੋੜੀ ਤਾਂ। ਉਹ ਗਾਰ ਹਲਾਈ ਹੈ ਤੇ ਗਾਰ ਨੇ ਬੜਾ ਕੁਛ ਕਰਤਾ। ਹੂੰ ਹੂੰ ਆਪਣੇ ਸਾਬਕਾ ਫੂਡ ਸਪਲਾਈ ਮਿਨਿਸਟਰ ਭਾਰਤ ਭੂਸ਼ਣ ਆਸ਼ੂ ਜੀ, ਹੂੰ ਹੂੰ ਉਹਨਾਂ ਨੂੰ ਵਿਜੀਲੈਂਸ ਵਾਲਿਆਂ ਨੇ 4 ਦਿਨਾਂ ਦੇ ਰਿਮਾਂਡ ਤੇ ਵੀ ਲੈ ਲਿਆ। ਜੀ। ਤੇ ਨਾਲ ਕਹਿੰਦੇ ਜੀ ਹੁਣ ਉੱਥੇ ਟੈਂਟ ਵੀ ਪੱਕਾ ਲਾਤਾ ਅੱਛਾ ਜੀ। ਵਿਜੀਲੈਂਸ ਦਫ਼ਤਰ ਦੇ ਸਾਹਮਣੇ, ਉਹ ਤਾਂ ਲਾਉਣਾ ਹੀ ਲਾਉਣਾ ਹੈ। ਉਹ ਤਾਂ ਲਾਉਣਾ ਹੈ। ਹੂੰ ਹੂੰ ਤੇ ਗੱਲ ਖਿਲਰਦੇ ਜੇ ਅੰਮ੍ਰਿਤਸਰ ਤੱਕ ਚਲੀ ਗਈ, ਹੂੰ ਹੂੰ ਲੁਧਿਆਣੇ ਤੋਂ ਜਲੰਧਰ ਤੋਂ ਅੰਮ੍ਰਿਤਸਰ ਤੇ ਫਿਰ ਪਹੁੰਚ ਬਠਿੰਡੇ ਵੀ ਗਈ। ਜੀ। ਸਰੂਪ ਚੰਦ ਸਿੰਗਲਾ, ਹੂੰ ਹੂੰ ਮੇਰੇ ਖਿਆਲ ਮੁਤਾਬਕ ਆਪਾਂ ਜੇ ਦੇਖੀਏ, ਹੂੰ ਹੂੰ ਚਰਨਜੀਤ ਲਾਲ ਗਰਗ ਤੇ ਪ੍ਰਕਾਸ਼ ਚੰਦ ਭਵਾਨੀਗੜ੍ਹ ਵਾਲੇ, ਜੀ। ਪ੍ਰਕਾਸ਼ ਚੰਦ ਗਰਗੀ ਹੈ, ਹੂੰ ਹੂੰ ਉਹਨਾਂ ਤੋਂ ਬਾਅਦ ਇਹ ਸਰੂਪ ਚੰਦ ਦਾ ਮਾਲਵੇ ਦੇ ਵਿੱਚੋਂ ਜਿਹੜਾ ਤੀਜਾ ਲੀਡਰ ਅਕਾਲੀ ਦਲ ਦੇ ਕੋਲੇ ਹਿੰਦੂ ਲੀਡਰ ਸੀ। ਹਿੰਦੂ ਲੀਡਰ ਸੀ। ਔਰ ਇਸ ਬੰਦੇ ਨੂੰ ਟਿਕਟ ਵੀ ਦਿੱਤੀ, ਹੂੰ ਐਮਐਲਏ ਵੀ ਇੱਕ ਵਾਰੀ ਬਣ ਗਿਆ, ਹਾਰ ਵੀ ਗਿਆ, ਤੇ ਪਾਰਲੀਮਾਨੀ ਸਕੱਤਰ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ ਰਿਹਾ। ਜੀ। ਬਾਦਲ ਪਰਿਵਾਰ ਦੇ ਬਹੁਤ ਹੀ ਕਰੀਬੀ ਬੰਦਿਆਂ ਚੋਂ ਸੀ। ਹੂੰ ਹੂੰ ਲੇਕਿਨ ਜਦੋਂ ਪਿਛਲੀ ਕੈਪਟਨ ਸਰਕਾਰ ਬਣੀ, ਜੀ। ਉਸ ਸਰਕਾਰ ਵੇਲੇ ਮੁਕਾਬਲਾ ਹੋਇਆ ਮਨਪ੍ਰੀਤ ਸਿੰਘ ਬਾਦਲ ਦੇ ਨਾਲ। ਹੂੰ ਮੁਕਾਬਲਾ ਚੰਗਾ ਕੀਤਾ ਇਹਨੇ, ਪਰ ਮਨਪ੍ਰੀਤ ਸਿੰਘ ਬਾਦਲ ਕਿਉਂਕਿ 10 ਸਾਲਾਂ ਦਾ ਐਂਟੀ ਇਨਕੰਬੈਂਸੀ ਫੈਕਟਰ ਸੀਗਾ। ਜੀ। ਇੱਕ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡੇ ਆ ਕੇ ਕਹਿਤਾ, ਜੇ ਤੁਸੀਂ ਮੇਰੀ ਸਰਕਾਰ ਬਣਾ ਦਿਓਗੇ ਤੇ ਇਹਨੂੰ ਜਿਤਾ ਦਿਓਗੇ, ਹੂੰ ਹੂੰ ਵਿੱਤ ਮੰਤਰੀ ਨੂੰ ਮੈਂ ਬਣਾ ਦੂੰਗਾ। ਜੀ। ਉਦੋਂ ਮਨਪ੍ਰੀਤ ਸਿੰਘ ਬਾਦਲ ਨੇ ਲੋਕਾਂ ਦੇ ਸਾਹਮਣੇ ਜਿਹੜਾ ਆਪਣਾ ਇੱਕ ਨਕਸ਼ਾ ਪੇਸ਼ ਕੀਤਾ ਸੀ ਕਿ ਮੈਂ ਬਠਿੰਡੇ ਨੂੰ ਕਿਹੋ ਜਿਹਾ ਬਣਾਉਣਾ ਚਾਹੁੰਦਾ, ਜੀ। ਉਹਦੀ ਬਿਉਂਤਬੰਦੀ ਉਹਨਾਂ ਨੇ 2014 'ਚ ਹੀ ਕਰ ਲਈ ਸੀ। ਅੱਛਾ ਜੀ। ਕਿਉਂਕਿ ਜਦੋਂ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਤੋਂ ਅਲੱਗ ਹੋਇਆ ਤੇ ਇਹਨਾਂ ਨੇ ਪਹਿਲਾਂ ਬਣਾਈ ਸੀ ਪੀਪਲਜ਼ ਪਾਰਟੀ ਆਫ ਪੰਜਾਬ। ਜੀ। ਪੀਪਲਜ਼ ਪਾਰਟੀ ਆਫ ਪੰਜਾਬ ਦੇ ਲੀਡਰ ਮਨਪ੍ਰੀਤ ਸਿੰਘ ਬਾਦਲ ਵੱਡੇ ਲੀਡਰ ਹੁੰਦੇ ਸੀ, ਹੂੰ ਹੂੰ ਇਹ ਪ੍ਰਧਾਨ ਸੀ, ਤੇ ਜਿਹੜਾ ਯੂਥ ਵਿੰਗ ਦਾ ਪ੍ਰਧਾਨ ਹੁੰਦਾ ਸੀ ਸਰਦਾਰ ਭਗਵੰਤ ਸਿੰਘ ਮਾਨ। ਜੀ। ਭਗਵੰਤ ਸਿੰਘ ਮਾਨ ਨੂੰ ਹੂੰ ਜਦੋਂ ਪਤਾ ਲੱਗਿਆ ਵੀ ਇੱਥੇ ਤਾਂ ਬਹੁਤਾ ਕੋਈ ਇਹਨਾਂ ਤਿਲਾਂ 'ਚ ਹੈ ਨਹੀਂ ਤੇਲ ਤੇ ਟਿੰਡੀ ਨਹੀਂ ਕਪਾਹ, ਜੀ। ਕਿਉਂਕਿ ਉਹਨੇ ਦੇਖ ਲਿਆ ਸੀਗਾ ਹਾਂ। ਲਹਿਰਾ ਗਾਗਾ ਤੋਂ ਚੋਣ ਲੜ ਕੇ ਬੀਬੀ ਹੂੰ। ਹਰਜਿੰਦਰ ਕੌਰ ਪੱਠਲ ਦੇ ਮੁਕਾਬਲੇ ਤੇ, ਜੀ। ਤੇ ਸਫਲਤਾ ਨਹੀਂ ਸੀ ਮਿਲੀ, ਤੇ ਫਿਰ ਉਹਨੇ ਕਿਹਾ ਵੀ ਘਰ ਕੋਈ ਆਪਾਂ ਹੋਰ ਭਾਲੀਏ। ਹੂੰ ਹੂੰ ਉਹਨੇ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਆਪਣਾ ਟਿਕਾਣਾ ਬਣਾ ਲਿਆ ਸੀ, ਉਧਰ ਚਲੇ ਗਏ। ਹੂੰ ਹੂੰ ਤਾਂ ਫਿਰ ਇਹਨਾਂ ਨੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਨਾਲ ਅਕਟ ਪੱਕਾ ਕੀਤਾ। ਜੀ। ਕਿਹਾ ਉਦੋਂ ਇਹ ਗਿਆ ਸੀ ਵੀ ਆਮ ਆਦਮੀ ਪਾਰਟੀ ਆਪਣਾ ਕਾਂਗਰਸ ਪਾਰਟੀ ਨਾਲ ਪੀਪਲਜ਼ ਪਾਰਟੀ ਆਫ ਪੰਜਾਬ ਦਾ ਸਮਝੌਤਾ ਹੋ ਰਿਹਾ, ਹੂੰ ਹੂੰ ਤੇ ਤੁਸੀਂ ਤਾਂ ਉਦੋਂ ਬੜਾ ਨੇੜੇ ਹੋ ਕੇ ਕੰਮ ਕੀਤਾ ਇਹਦੇ ਨਾਲ, ਤੇ ਇਹਨੇ ਆਪਣੀ ਉਹ ਜਿਹੜੀ ਕੋਸ਼ਿਸ਼ ਕੀਤੀ ਸੀਗੀ ਲੈਣ ਵਾਸਤੇ ਪਤੰਗ ਉਹ ਨਹੀਂ ਸੀ ਜਿਹੜਾ ਮਿਲਦਾ। ਚੋਣ ਨਿਸ਼ਾਨ ਉਹ ਮਿਲਿਆ ਨਹੀਂ ਸੀ, ਤੇ ਬਾਅਦ ਦੇ ਵਿੱਚ ਫਿਰ ਇਹਨਾਂ ਨੇ ਕਹਿਤਾ ਸੀ ਜੀ ਆਪਾਂ ਕਾਂਗਰਸ ਪਾਰਟੀ ਵਾਲੇ ਚੋਣ ਨਿਸ਼ਾਨ ਲੜਨੇ। ਇਹਨਾਂ ਨੇ ਚੋਣ ਉਦੋਂ ਲੜੀ ਸੀ, ਉਦੋਂ ਜਿਹੜੀਆਂ ਤਕਰੀਰਾਂ ਕੀਤੀਆਂ ਸੀ ਹੂੰ ਹੂੰ ਕਿ ਮੇਰੇ ਕੋਲੇ ਭਵਿੱਖ ਨਕਸ਼ਾ ਕੀ ਹੈ, ਮੈਂ ਬਠਿੰਡੇ ਨੂੰ ਪੰਜਾਬ ਨੂੰ ਕਿਸ ਪਾਸੇ ਲੈ ਕੇ ਜਾਣਾ ਹੈ। ਜੀ। ਖਟਕੜ ਕਲਾਂ ਦੀ ਧਰਤੀ ਦੇ ਉੱਤੇ ਜਾ ਕੇ ਸ਼ਹੀਦ ਆਜ਼ਮ ਦੇ ਪਿੰਡ ਦੀ ਮਿੱਟੀ ਨੂੰ ਮੁੱਠੀ ਦੇ ਵਿੱਚ ਲੈ ਕੇ ਵੀ ਗੱਲ ਕਹੀ ਸੀ ਹੂੰ 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 ਕਿ ਅਸੀਂ ਨਿਜ਼ਾਮ ਬਦਲਣਾ ਚਾਹੁੰਦੇ ਹਾਂ। ਜੀ। ਉਹ ਨਿਜ਼ਾਮ ਬਦਲਣ ਦੀ ਗੱਲ ਕੀਤੀ ਸੀ, ਲੋਕਾਂ ਨੂੰ ਭਰੋਸਾ ਪੈਦਾ ਹੋ ਗਿਆ ਸੀ ਵੀ ਹਾਂ ਠੀਕ ਹੈ। ਮੁਕਾਬਲਾ ਬੀਬੀ ਹਰਸਿਮਰਤ ਕੌਰ ਬਾਦਲ ਦਾ ਚੰਗਾ ਤਕੜਾ ਕੀਤਾ, ਜੀ। ਲੇਕਿਨ 20,000 ਵੋਟਾਂ ਤੇ ਮਨਪ੍ਰੀਤ ਸਿੰਘ ਬਾਦਲ ਹਾਰ ਗਿਆ ਸੀ। ਹੂੰ ਹੂੰ ਉਹਨਾਂ ਦਿਨਾਂ ਦੇ ਵਿੱਚ ਦਾਨੇਵਾਲੀਆ ਸਾਹਿਬ ਤੁਹਾਡੇ ਯਾਦ ਹੋਣਾ, ਉਦੋਂ ਇਹ ਵੀ ਇਲਜ਼ਾਮ ਲੱਗਦੇ ਰਹੇ ਸੀ ਹੂੰ ਹੂੰ ਕਿ ਅਸਲ ਦੇ ਵਿੱਚ ਬੀਬੀ ਜਿੱਤੀ ਨਹੀਂ, ਸਮਝੌਤੇ ਦੇ ਵਿੱਚ ਉਹਨੂੰ ਸੀਟ ਦਿੱਤੀ ਗਈ ਸੀ। ਬਿਲਕੁਲ ਬਿਲਕੁਲ ਬਿਲਕੁਲ। ਇਹ ਲੱਗਦੇ ਰਹੇ ਨਾ। ਹੂੰ ਹੂੰ ਤੇ ਉਹ ਬਾਲਾਸਰ ਵਾਲੀ ਜ਼ਮੀਨ ਦਾ ਰੌਲਾ ਪੈਂਦਾ ਹੁੰਦਾ ਸੀ ਵੀ ਉੱਥੋਂ ਸਾਫਤਾ ਨਹੀਂ ਸੀ ਮਿਲਦਾ, ਤੇ ਉਹ ਕਹਿੰਦੇ ਵੀ ਵੱਡੇ ਬਾਦਲ ਸਾਹਿਬ ਨੇ ਫਿਰ ਉਹ ਸਾਰਾ ਲੈਣ ਦੇਣ ਕਰਵਾਤਾ ਸੀ। ਜੀ। ਖੈਰ ਉਹ ਗੱਲ ਚੱਲੀ ਚਲਾਈ ਜੀ। ਉਹ ਤੋਂ ਬਾਅਦ ਜਿਹੜੀ 17 ਵਾਲੀ ਇਲੈਕਸ਼ਨ ਆਈ, ਤੇ 17 ਵਾਲੀ ਇਲੈਕਸ਼ਨ 'ਚ ਮਨਪ੍ਰੀਤ ਸਿੰਘ ਬਾਦਲ ਹੂੰ ਹੂੰ ਹੋਰੀ ਜਿਹੜੇ ਹੈਗੇ ਜਿੱਤ ਗਏ। ਜੀ। ਮਹਿਕਮਾ ਮਿਲ ਗਿਆ ਇਹਨਾਂ ਨੂੰ ਵਿੱਤ ਦਾ, ਹੂੰ ਵਿੱਤ ਦਾ ਮਿਲ ਗਿਆ, ਤੇ ਕੱਲਾ ਵਿੱਤ ਦਾ ਮਹਿਕਮਾ ਨਹੀਂ ਮਿਲਿਆ, ਸਗੋਂ ਕੰਟਰੋਲ ਹੀ ਸਾਰੇ ਬਠਿੰਡੇ ਦਾ ਇਹਨਾਂ ਨੂੰ ਮਿਲ ਗਿਆ ਸੀ। ਅੱਛਾ, ਹਾਂ ਬਿਲਕੁਲ ਪੂਰਾ ਖੁੱਲੇ ਰੂਪ 'ਚ। ਪੂਰਾ ਮਤਲਬ ਡੀਸੀ ਕਿਹਨੂੰ ਲਾਉਣਾ, ਐਸਐਸਪੀ ਕਿਹਨੂੰ ਲਾਉਣਾ, ਬਾਕੀ ਵਜ਼ੀਰਾਂ ਨੂੰ ਨਹੀਂ ਕੋਈ ਪੁੱਛਦਾ ਸੀ। ਹੂੰ ਹੂੰ ਕਾਂਗੜ ਹੋਰੀ ਵੀ ਤੁਰੇ ਫਿਰਦੇ ਸੀ, ਪਰ ਉਹਨਾਂ ਦੀ ਕੋਈ ਬਹੁਤੀ ਪੁੱਛਗਿੱਛ ਨਹੀਂ ਸੀ। ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੇ ਉਹ ਨੇੜੇ ਸੀ। ਜੀ। ਮਨਪ੍ਰੀਤ ਸਿੰਘ ਬਾਦਲ ਦੀ ਜਿਹੜੀ ਹੈਗੀ ਹੈ ਇੱਕ ਇਹਦਾ ਪੋਜ਼ਿਟਿਵ ਪੱਖ ਇਹ ਸੀ ਹੂੰ ਹੂੰ ਕਿ ਇੱਕ ਪਾਸੇ ਇਹ ਕੈਪਟਨ ਦਾ ਪੂਰਾ ਦਮ ਭਰਦਾ ਸੀ, ਉਹਦੀ ਹਾਂ 'ਚ ਹਾਂ ਮਿਲਾਉਂਦਾ ਸੀ। ਜੀ। ਦੂਜੇ ਪਾਸੇ ਹਾਈ ਕਮਾਂਡ ਦੇ ਨਾਲ ਵੀ ਬੜੀ ਨੇੜਤਾ ਸੀ। ਹੂੰ ਹੂੰ ਇਸ ਕਰਕੇ ਮੰਨਿਆ ਜਾਂਦਾ ਸੀ ਕਿ ਦੂਜੇ ਨੰਬਰ ਦਾ ਮੁੱਖ ਮੰਤਰੀ ਇਹ ਹੈ ਬਠਿੰਡੇ ਦਾ। ਇੱਕ ਉਹ ਮੁੱਖ ਮੰਤਰੀ ਤੇ ਕੈਪਟਨ ਬਹੁਤਾ ਦਖਲਅੰਦਾਜ਼ੀ ਵੀ ਨਹੀਂ ਕਰਦੇ ਹੁੰਦੇ ਸੀ। ਹੂੰ ਹੂੰ ਖੈਰ ਉਦੋਂ ਫਿਰ ਬੜੇ ਇਲਜ਼ਾਮ ਵੀ ਲੱਗਦੇ ਰਹੇ, ਵਿਰੋਧੀ ਧਿਰ ਵਾਲੇ ਇਲਜ਼ਾਮ ਲਾਉਂਦੇ ਰਹੇ ਜੀ ਆਹ ਹੋ ਗਿਆ ਜੀ, ਆਹ ਹੋ ਗਿਆ ਜੀ, ਆਹ ਹੋ ਗਿਆ। ਹੂੰ ਹੂੰ ਫਿਰ ਉਸ ਸਮੇਂ ਦੇ ਦੌਰਾਨ ਬਠਿੰਡੇ 'ਚ ਜੋ ਕੁਝ ਹੋਣਾ ਹੈ ਉਹ ਮਨਪ੍ਰੀਤ ਸਿੰਘ ਦੀ ਮਰਜ਼ੀ ਤੋਂ ਬਗੈਰ ਕੁਝ ਨਹੀਂ ਹੁੰਦਾ ਸੀ। ਹੂੰ ਹੂੰ
19 ਦੇ ਵਿੱਚ ਫਿਰ ਲੋਕ ਸਭਾ ਦੀ ਚੋਣ ਹੁੰਦੀ ਹੈ। ਜੀ 19 ਦੀ ਚੋਣ ਦੇ ਵਿੱਚ ਕਾਂਗਰਸ ਪਾਰਟੀ ਨੇ ਟਿਕਟ ਦਿੱਤੀ ਰਾਜਾ ਵੜਿੰਗ ਨੂੰ, ਜਿਹੜੇ ਹੁਣ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੈ। ਜੀ ਤੇ ਰਾਜਾ ਵੜਿੰਗ ਨੇ ਲੜਾਈ ਬੜੀ ਸ਼ਾਨਦਾਰ ਲੜੀ ਸੀ। 15 ਦਿਨਾਂ ਦਾ ਟਾਈਮ ਮਿਲਿਆ ਸੀ। 15 ਦਿਨਾਂ ਦੇ ਵਿੱਚ ਉਹਨੇ ਸਾਰੇ ਜ਼ਿਲ੍ਹੇ ਨੂੰ ਕੀ ਸਾਰੀ ਕੰਸਟੀਚੁਐਂਸੀ ਨੂੰ ਜੀ ਉਂਗਲ ਤੇ ਘਕਾਤਾ ਸੀ। ਦੋਨੋਂ ਮੀਆਂ ਬੀਬੀ ਜਦੋਂ ਪ੍ਰਚਾਰ ਪ੍ਰਸਾਰ ਵਾਸਤੇ ਤੁਰਦੇ ਸੀ, ਜੀ ਧਰਤੀ ਹਿਲਦੀ ਸੀ ਤੇ ਇਹ ਲੱਗਦਾ ਸੀ ਕਿ ਹੁਣ ਇਹ ਸੀਟ ਤਾਂ ਜੀ ਗਈ, ਬੀਬੀ ਹਾਰ ਗਈ, ਹਾਰ ਗਈ। ਪਰ ਹੋਇਆ ਇਹ ਕਿ ਜਿਹੜੇ ਬਠਿੰਡਾ ਹਲਕੇ ਤੋਂ ਮਨਪ੍ਰੀਤ ਸਿੰਘ ਬਾਦਲ ਪੂਰੇ ਮਾਰਜਨ ਨਾਲ ਜਿੱਦਾਂ ਹੁੰਦਾ ਸੀ, ਜੀ ਜਿੱਥੋਂ ਮੇਰਾ ਖਿਆਲ 28-30,000 ਵੋਟ ਦਾ ਮਾਰਜਨ ਸੀ ਇਹਦਾ 2014 ਵੇਲੇ, 17 ਵੇਲੇ ਰਹਿ ਗਿਆ ਸੀ 18-19,000 ਦਾ। ਜੀ ਤੇ ਰਾਜੇ ਵੜਿੰਗ ਵੇਲੇ ਉਹ ਮਾਰਜਨ ਘਟਿਆ ਨਹੀਂ, ਸਗੋਂ ਡਾਊਨ ਚਲਾ ਗਿਆ। ਬਠਿੰਡਾ ਡਾਊਨ ਚਲਾ ਗਿਆ ਸੀ ਤੇ ਰਾਜਾ ਵੜਿੰਗ ਹਾਰ ਗਿਆ। ਉਦੋਂ ਵੀ ਇਲਜ਼ਾਮ ਇਹੀ ਲੱਗੇ ਸੀ ਕਿ ਇਹ ਰਾਜਾ ਵੜਿੰਗ ਨਹੀਂ ਹਰਿਆ, ਅਸਲ ਦੇ ਵਿੱਚ ਉਹਨੂੰ ਹਰਾਇਆ ਗਿਆ। ਤੇ ਇਲਜ਼ਾਮ ਇਹ ਵੀ ਲੱਗਦੇ ਹੁੰਦੇ ਸੀਗੇ ਕਿ ਆਖਰੀ ਦਿਨ ਚੋਣਾਂ ਵੇਲੇ ਜਿਹੜੇ ਉਹ ਪ੍ਰਬੰਧ ਕਰਨੇ ਹੁੰਦੇ ਹੈ, ਤੁਸੀਂ ਜਾਣਦੇ ਹੋ ਕੌੜੇ ਕੂੜੇ ਪਾਣੀ ਦਾ ਪ੍ਰਬੰਧ ਕਰਨਾ ਪੈਂਦਾ ਹੈ, ਵੀ ਉਦੋਂ ਕਹਿੰਦੇ ਤੂੰ ਬਠਿੰਡੇ ਵੱਲ ਨਹੀਂ ਝਾਕਣਾ, ਵੀ ਅਸੀਂ ਸਭ ਕੁਝ ਕਰਾਂਗੇ। ਤੇ ਜਦੋਂ ਲੋੜ ਪੈ ਗਈ ਵਰਕਰ ਕਹੀ ਜਾਣ ਜੀ ਆਹ ਸਮਾਨ ਇੱਥੇ ਭੇਜੋ, ਤੇ ਕਹਿੰਦੇ ਵੀ ਜਿੰਦੇ ਲਾਤੇ ਸੀ ਸਾਰੇ ਦਫ਼ਤਰਾਂ ਨੂੰ ਤੇ ਬੰਦੇ ਟਿਪ ਗਏ ਸੀ ਸਾਰੇ। ਉਦੋਂ ਇਹ ਇਲਜ਼ਾਮ ਸੀ ਕਿ ਜੀ ਇਹ ਅਸਲ ਦੇ ਵਿੱਚ ਅਸੀਂ ਸੀਟ ਹਾਰੇ ਨਹੀਂ, ਮਨਪ੍ਰੀਤ ਸਿੰਘ ਬਾਦਲ ਨੇ ਹਰਾਏ। ਲੌਦਾਨੇ ਵਾਲੀ ਸਭ ਉਹ ਹੋਈ ਕੀਤੀ ਜੀ। ਫਿਰ ਆ ਗਈ 2022 ਦੀ ਚੋਣ। 2022 ਦੀ ਚੋਣ ਵੇਲੇ ਸਰੂਪ ਚੰਦ ਸਿੰਗਲਾ ਨੂੰ ਫਿਰ ਟਿਕਟ ਦਿੱਤੀ ਅਕਾਲੀ ਦਲ ਨੇ। ਉਧਰੋਂ ਆ ਗਏ ਮਨਪ੍ਰੀਤ ਸਿੰਘ ਬਾਦਲ ਤੇ ਸਨੇਹੇ ਮਿਲਣ ਲੱਗ ਗਏ। ਹਵਾ ਇਹ ਆਉਣ ਲੱਗ ਗਈ ਕਿ ਬਾਦਲ ਪਰਿਵਾਰ ਮਨਪ੍ਰੀਤ ਸਿੰਘ ਬਾਦਲ ਦੀ ਮਦਦ ਕਰਦਾ, ਉਹ ਆਪਣੇ ਅਕਾਲੀ ਕੈਂਡੀਡੇਟ ਦੀ ਮਦਦ ਨਹੀਂ ਕਰਦਾ ਜੀ। ਤੇ ਇਹ ਵੀ ਖਬਰਾਂ ਆਉਣ ਲੱਗ ਗਈਆਂ ਕਿ ਜਿਹੜੇ ਬੰਦੇ ਅਕਾਲੀ ਦਲ ਦੇ ਲੀਡਰ ਦਿਨੇ ਤਾਂ ਮੰਗਦੇ ਆ ਵੋਟਾਂ ਤੁਹਾਡੇ ਉਹਦੇ ਵਾਸਤੇ ਡਿੰਪੀ ਲਈ ਗਿੱਦੜਬਾਹਾ ਹਲਕੇ ਤੋਂ, ਰਾਜੇ ਵੜਿੰਗ ਦੇ ਉਲਟ, ਤੇ ਸ਼ਾਮ ਨੂੰ ਆ ਕੇ ਉਹ ਮੰਗਦੇ ਆ ਸਰਦਾਰ ਮਨਪ੍ਰੀਤ ਸਿੰਘ ਬਾਦਲ ਵਾਸਤੇ ਜੀ। ਤੇ ਫਿਰ ਵੱਡੇ ਤੜਕੇ ਜਾਂ ਅੱਧੀ ਰਾਤ ਨੂੰ ਕਦੇ ਲੰਬੀ ਹਲਕੇ 'ਚ ਪਹੁੰਚ ਜਾਂਦੇ ਸੀ ਪ੍ਰਕਾਸ਼ ਸਿੰਘ ਬਾਦਲ ਵਾਸਤੇ। ਇਹ ਗੱਲਾਂ ਜੋ ਸਾਰੀਆਂ ਹੋਣ ਲੱਗੀਆਂ ਜੀ। ਤੇ ਬਠਿੰਡੇ ਇੱਕ ਵਪਾਰੀਆਂ ਦੀ ਮੀਟਿੰਗ ਰੱਖੀ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜੀ। ਉਸ ਵਪਾਰੀਆਂ ਦੀ ਮੀਟਿੰਗ ਦੇ ਵਿੱਚ ਆਪਣੇ ਸੁਖਬੀਰ ਸਿੰਘ ਬਾਦਲ ਨੂੰ ਸਰੂਪ ਚੰਦ ਸਿੰਗਲਾ ਨੇ ਇੱਕ ਸਿੱਧਾ ਕੁਐਸਚਨ ਕਰਤਾ ਸੀ ਜੀ। ਤੇ ਕੁਐਸਚਨ ਬੜਾ ਟੇਢਾ ਸੀ। ਉਹ ਕਹਿੰਦਾ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਸਾਹਿਬ, ਮੈਨੂੰ ਇਹ ਦੱਸੋ ਕਿ ਤੁਹਾਡਾ ਕੈਂਡੀਡੇਟ ਮੈਂ ਆ ਕਿ ਤੁਹਾਡਾ ਕੈਂਡੀਡੇਟ ਮਨਪ੍ਰੀਤ ਸਿੰਘ ਬਾਦਲ ਹੈ ਜੀ। ਲੋਕ ਇਹ ਗੱਲਾਂ ਕਰਦੇ ਹੈ ਵੀ ਤੁਸੀਂ ਤਾਂ ਭਾਈ ਆਪਸ ਵਿੱਚ ਰਲ ਗਏ ਤੇ ਤੁਸੀਂ ਮਦਦ ਉਹਦੀ ਕਰਦੇ ਹੋ ਜੀ। ਖੈਰ ਸੁਖਬੀਰ ਸਿੰਘ ਬਾਦਲ ਨੇ ਹਾਸੇ ਵਿੱਚ ਪਾ ਕੇ ਉਹ ਗੱਲ ਟਾਲਤੀ, ਪਰ ਉਹ ਗੱਲ ਜਿਹੜੀ ਹੈਗੀ ਥੱਲੇ ਤੱਕ ਇੰਨੀ ਚਲੀ ਗਈ ਜੀ, ਇੰਨੀ ਚਲੀ ਗਈ ਕਿ ਚਲੋ ਹੋਇਆ ਏ ਕਿ ਨਾ ਸਰੂਪ ਚੰਦ ਸਿੰਗਲੇ ਨੇ ਤਾਂ ਜਿਤਨਾ ਕੀ ਸੀ, ਬਾਦਲ ਸਾਹਿਬ ਜਿਹੜੇ ਮਨਪ੍ਰੀਤ ਸਿੰਘ ਬਾਦਲ ਉਹ ਵੀ 63,500 ਵੋਟਾਂ ਤੇ ਹਾਰ ਗਏ ਸੀ। ਜਗਰੂਪ ਸਿੰਘ ਗਿੱਲ ਦੀ ਇੱਥੋਂ ਲਾਟਰੀ ਨਿਕਲ ਆਈ। ਥੋੜਾ ਸਮਾਂ ਉਹਨੇ ਉਡੀਕ ਕੀਤੀ ਤੇ ਬਾਅਦ ਦੇ ਵਿੱਚ ਸਰੂਪ ਚੰਦ ਸਿੰਗਲਾ ਚਲਾ ਗਿਆ ਭਾਰਤੀ ਜਨਤਾ ਪਾਰਟੀ। ਹੁਣ ਜਿਹੜੀ ਆ ਆਸ਼ੂ ਵਾਲੀ ਕਹਾਣੀ ਸ਼ੁਰੂ ਹੋਈ ਹੈ, ਇਹ ਮੇਰਾ ਖਿਆਲ ਆ ਵੀ ਉਹੀ ਜਿਹੜੀ ਆਪਾਂ ਤੇਲੂਰਾਮ ਵਾਲਾ ਤੇਲ ਦੇ ਪੀਪੀ ਹਿਲਾਈ ਹੈ ਨਾ, ਗਾਰ ਜੀ ਉੱਠੀ ਹੈ, ਉਹ ਗਾਰ ਇੱਥੇ ਵੀ ਆ ਗਈ ਜੀ। ਕੱਲ ਸਰੂਪ ਚੰਦ ਸਿੰਗਲਾ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਇੱਕ ਐਪਲੀਕੇਸ਼ਨ ਲੈ ਕੇ ਵਿਜੀਲੈਂਸ ਬਿਊਰੋ ਬਠਿੰਡਾ ਦੇ ਦਫ਼ਤਰ 'ਚ ਹਾਜ਼ਰ ਹੁੰਦਾ ਹੈ ਜੀ। ਅਰੇਂਜ ਦਾ ਦਫ਼ਤਰ ਹੈ ਇੱਥੇ। ਹਾਂਜੀ। ਉਹ ਕਹਿੰਦਾ ਜੀ ਆ ਲਓ ਮੇਰੀ ਅਰਜੀ ਤੇ ਇਹਦੇ ਮੁਤਾਬਕ ਪੜਤਾਲ ਕਰਾ ਲਓ। ਉਹ ਅਰਜੀ ਦੇਣ ਤੋਂ ਬਾਅਦ ਜਿਹੜੀ ਬਾਅਦ 'ਚ ਉਹਨੇ ਮੀਡੀਆ ਨਾਲ ਗੱਲ ਕੀਤੀ, ਇਲੈਕਟ੍ਰੋਨਿਕ ਮੀਡੀਆ ਨਾਲ ਖਾਸ ਕਰਕੇ ਜੀ, ਉੱਥੇ ਉਹ ਕਹਿੰਦਾ ਜੀ ਅਸਲ ਦੇ ਵਿੱਚ ਕਹਾਣੀ ਇਹ ਹੈ ਕਿ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਨੌਕਰਾਂ ਚਾਕਰਾਂ ਦੇ ਨਾਂ ਦੇ ਉੱਤੇ ਇੱਥੇ ਜਿਹੜੇ ਹੈਗੇ ਹੈ ਇਹ ਕੰਟਰੈਕਟ ਲਏ ਸੀ ਦਾਣਾ ਮੰਡੀਆਂ ਦੀ ਜੀ। ਇੱਕ ਕੋਈ ਜਿਹੜਾ ਇਹਨਾਂ ਦਾ ਜੈਜੀਤ ਸਿੰਘ ਜੋਹਲ, ਜੋ ਜੋਹਲ ਹੈ ਜਿਹੜਾ ਉਹ ਰਿਸ਼ਤੇਦਾਰ ਹੈ, ਉਹਨਾਂ ਦੇ ਡਰਾਈਵਰ ਦਾ ਨਾਂ ਸ਼ਾਇਦ ਕੀ ਜੀਤਾ ਜਾਂ ਕੁਛ ਇਹ ਜਿਹਾ। ਨਹੀਂ ਉਹਦਾ ਨਹੀਂ ਜੀ, ਇਹ ਮੁੰਡੇ ਦੇ ਲੜਕੇ ਦਾ ਡਰਾਈਵਰ ਹੈ ਜੀਤਾ। ਹਾਂ ਉਹਦਾ ਨਾਂ ਲਿਆ ਉਹਨੇ। ਹਾਂ ਉਹਦਾ ਨਾਂ ਲਿਆ। ਕਹਿੰਦਾ ਜੀ ਉਹਦੇ ਨਾਂ ਦੇ ਉੱਤੇ ਜਿਹੜਾ ਹੈਗਾ ਇਹਨਾਂ ਨੇ ਕੰਪਨੀ ਬਣਾਈ ਔਰ ਉਹਦੇ ਵਾਸਤੇ ਸੇਲ ਟੈਕਸ ਵਗੈਰਾ ਸਾਰਾ ਕੁਛ ਲਿਆ ਵਾ ਜੀ। ਤੇ ਨਾਲ ਫਿਰ ਅਰਜੁਨ ਬਾਦਲ ਦੇ ਗਨਮੈਨਾਂ ਦਾ ਨਾਂ ਵੀ ਲਿਆ। ਅੱਛਾ ਠੀਕ ਹੈ ਜੀ, ਵੀ ਕੁਛ ਗਨਮੈਨ ਵੀ ਹੈਗੇ ਹੈ ਤੇ ਜੋ ਉਹਨਾਂ ਦਾ ਨਾਂ ਵੀ ਲਿਆ, ਵੀ ਸਾਰਾ ਕੁਛ ਕਰਾ ਕੇ ਇਹਨਾਂ ਨੇ ਵੀ ਇੱਥੇ ਜਿਹੜੇ ਹੈਗੇ ਛੋਟੇ ਠੇਕੇਦਾਰਾਂ ਨੂੰ ਕਿਸੇ ਨੂੰ ਵੜ ਨਹੀਂ ਦਿੱਤਾ ਜੀ। ਤੇ ਟੋਟਲ ਜਿਹੜਾ ਹੈਗਾ ਕੰਟਰੈਕਟ ਉਹ ਆਪਦੇ ਕੋਲੇ ਲੈ ਲਿਆ ਸੀ। ਜਿਨ੍ਹਾਂ ਨੇ ਕੰਟਰੈਕਟ ਲਏ ਸੀ, ਜਿਨ੍ਹਾਂ ਦੇ ਨਾਂ ਦੇ ਉੱਤੇ ਕੰਟਰੈਕਟ ਲਏ ਆ, ਉਹਨਾਂ ਦੇ ਕੋਲੇ ਕਹਿੰਦੇ ਵੀ ਗਧੀ ਰੜੀ ਵੀ ਹੈ ਨਹੀਂ। ਅੱਛਾ, ਟਰੱਕ ਹੋਣੇ ਤਾਂ ਦੂਰ ਦੀ ਗੱਲ ਸੀ। ਉਹਨੇ ਉਹੀ ਗੱਲ ਕੀਤੀ, ਉਹ ਕਹਿੰਦੇ ਜੀ ਹੁਣ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਜੀ। ਤੇ ਨਾਲ ਉਹਨੇ ਇੱਕ ਸਵਾਲ ਹੋਰ ਵੱਡਾ ਖੜਾ ਕਰਤਾ। ਉਹ ਸਵਾਲ ਬੜਾ ਭਿਆਨਕ ਹੈ। ਅੱਛਾ ਜੀ। ਉਹ ਕਹਿੰਦੇ ਜੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਹੈ ਭਾਵੇਂ ਕਾਂਗਰਸ ਪਾਰਟੀ 'ਚ,
ਲੇਕਿਨ ਭਗਵੰਤ ਸਿੰਘ ਮਾਨ ਦੇ ਨਾਲ ਇਹਨਾਂ ਦੀ ਨੇੜਤਾ ਬਹੁਤ ਪੁਰਾਣੀ ਹੈ, ਬਹੁਤ ਪੁਰਾਣੀ, ਬਿਲਕੁਲ ਪੀਪੀਪੀ ਵੇਲੇ ਦੀ। ਪੀਪੀਪੀ ਵੇਲੇ ਦੀ ਹੈ ਤੇ ਦੋਨੇ ਛੋਟਾ ਵੱਡੇ ਭਰਾ ਵਾਂਗੂ ਇੱਕ ਦੂਜੇ ਨਾਲ ਵਰਤਦੇ ਹੈ। ਦਾਨੇਵਾਲੀਆ ਸਾਹਿਬ ਜਿਨ੍ਹਾਂ ਦਿਨਾਂ ਦੇ ਵਿੱਚ ਭਗਵੰਤ ਸਿੰਘ ਮਾਨ ਹੋਰੀ ਜਦੋਜਹਿਦ ਕਰਦੇ ਸੀ ਮੁੱਖ ਮੰਤਰੀ ਦਾ ਚਿਹਰਾ ਬਣਨ ਲਈ ਜੀ, ਉਹਨਾਂ ਨੂੰ ਮੁੱਖ ਮੰਤਰੀ ਚਿਹਰਾ ਬਣਾਇਆ ਨਹੀਂ ਗਿਆ ਸੀਗਾ ਤੇ ਉਸ ਵੇਲੇ ਪੰਜਾਬ ਦੇ ਜਿਹੜੇ ਅਗਾਂਹ ਵਧੂ ਲੋਕ ਆ ਸਾਰੇ ਚਿੰਤਾ ਸੀ। ਫਿਰ ਅਚਨਚੇਤ ਜਿੱਦੇ ਉਹਨਾਂ ਨੂੰ ਚਿਹਰਾ ਬਣਾਇਆ ਗਿਆ, ਚਿਹਰਾ ਬਣਾਉਣ ਤੋਂ ਪਹਿਲਾਂ ਸਭ ਤੋਂ ਜਿਹੜੀ ਪਹਿਲੀ ਜਾਣਕਾਰੀ ਮਿਲਦੀ ਹੈ ਜੀ, ਉਹ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੇ ਕੈਂਪ ਦੇ ਵਿੱਚ ਜਾਣਕਾਰੀ ਆਉਂਦੀ ਹੈ। ਅੱਛਾ ਜੀ। ਉਸ ਕੈਂਪ ਦੇ ਵਿੱਚੋਂ ਪਹਿਲਾਂ ਬਠਿੰਡੇ 'ਚ ਪਤਾ ਲੱਗ ਗਿਆ ਸੀ, ਲਓ ਜੀ ਭਗਵੰਤ ਸਿੰਘ ਮਾਨ ਕਹਿੰਦੇ ਬਣ ਰਿਹਾ ਹੈ ਚਿਹਰਾ, ਮੁੱਖ ਮੰਤਰੀ ਦਾ ਚਿਹਰਾ। ਪੁੱਛਿਆ ਵੀ ਕਿਸੇ ਨੇ ਵੀ ਤੁਹਾਨੂੰ ਕੀ ਪਤਾ, ਉਹ ਕਹਿੰਦੇ ਜੀ ਮਾਨ ਸਾਹਿਬ ਨੇ ਟੈਲੀਫੋਨ ਕਰਕੇ ਦੱਸਤਾ ਸੀ ਬਾਈ ਜੀ ਨੂੰ। ਜੀ ਜੀ, ਕਿਉਂਕਿ ਮਨਪ੍ਰੀਤ ਸਿੰਘ ਬਾਦਲ ਨੂੰ ਉਹਨਾਂ ਦੇ ਜਿਹੜੇ ਸ਼ੁਭ ਚਿੰਤਕ ਹੈ ਉਹ ਬਾਈ ਜੀ ਕਹਿੰਦੇ, ਬਾਈ ਜੀ ਨੂੰ ਦੱਸਤਾ ਸੀ ਜੀ ਆਪਾਂ ਨੂੰ ਚਿਹਰਾ ਬਣਾਤਾ। ਇਹ ਹੁਣ ਕੱਲ ਸਵਾਲ ਉਠਾਤਾ ਬੜਾ ਵੱਡਾ ਸਰੂਪ ਚੰਦ ਸਿੰਗਲਾ ਨੇ ਕਿ ਜੀ ਹੁਣ ਇਹ ਦੱਸੋ ਵੀ ਭਗਵੰਤ ਸਿੰਘ ਮਾਨ ਇਮਾਨਦਾਰੀ ਨਾਲ ਇਹਦੀ ਜਾਂਚ ਕਰਾਉਣਗੇ। ਜੇ ਭਾਰਤ ਭੂਸ਼ਣ ਆਸ਼ੂ ਦੀ ਖਿੱਚ-ਪੜ ਕੀਤੀ ਜਾ ਸਕਦੀ ਹੈ, ਉਹ ਕਹਿੰਦੇ ਖਿੱਚ-ਪੜ ਦੀ ਗੱਲ ਨਹੀਂ, ਗੱਲ ਤਾਂ ਵੀ ਇਹਦੀ ਤੁਸੀਂ ਜਾਂਚ ਕਰਾਓ। ਜੋ ਕੁਝ ਭਾਰਤ ਭੂਸ਼ਣ ਨੇ ਆਸ਼ੂ ਕੀਤਾ ਉਹੀ ਪੰਜਾਬ ਦੇ ਵਿੱਤ ਮੰਤਰੀ ਨੇ ਕੀਤਾ, ਇਹਦੀ ਹੁਣ ਇਹ ਪੜਤਾਲ ਕਰਵਾਉਣੀ ਚਾਹੀਦੀ ਹੈ। ਅੱਜ ਇੱਥੇ ਇੰਦਰਬੀਰ ਸਿੰਘ ਨਿੱਜਰ ਜਿਹੜੇ ਪੰਜਾਬ ਦੇ ਲੋਕਲ ਬਾਡੀਜ਼ ਮਿਨਿਸਟਰ ਹੈ, ਇੱਕ ਦੋ ਮਹਿਕਮੇ ਕੋਲ ਹੋਰ ਵੀ ਹੈ, ਬੜੇ ਸੱਜਣ ਪੁਰਸ਼ ਹੈ ਜੀ, ਬਹੁਤ ਵਧੀਆ ਇਨਸਾਨ ਹੈ। ਮੈਂ ਤਾਂ ਅੱਜ ਪਹਿਲੀ ਵਾਰ ਉਹਨਾਂ ਨੂੰ ਦੇਖਿਆ। ਗੁਰਸਿੱਖ ਹੈ ਪੂਰੇ, ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਵੀ ਹੈ ਔਰ ਡਾਕਟਰ ਵੀ ਹੈ। ਮੈਨੂੰ ਪੁਲਿਸ ਵਾਲੇ ਕੁਝ ਸੱਜਣ ਜਿਹੜੇ ਜਾਣਦੇ ਸੀ ਉਹਨਾਂ ਨੇ ਕਿ ਡਾਕਟਰ ਹੈ ਤੇ ਸਾਰਾ ਪਰਿਵਾਰ ਹੀ ਡਾਕਟਰਾਂ ਦਾ ਜੀ, ਇਹਨਾਂ ਦੀਆਂ ਬੱਚੀਆਂ ਵੀ ਡਾਕਟਰ ਹੈ, ਬੜੇ ਸੱਜਣ ਹੈ। ਤੇ ਉਹ ਜਦੋਂ ਅੱਜ ਉਹਨਾਂ ਨੇ ਮੀਟਿੰਗ ਕੀਤੀ ਤੇ ਮੀਟਿੰਗ ਤੋਂ ਬਾਅਦ ਉਹ ਮੀਡੀਆ ਨਾਲ ਗੱਲਬਾਤ ਕਰ ਰਹੇ ਸੀ, ਉਦੋਂ ਮੀਡੀਆ ਦੇ ਕੁਝ ਮਿੱਤਰਾਂ ਨੇ ਸਵਾਲ ਕੀਤੇ, ਮੈਂ ਵੀ ਹਾਜ਼ਰ ਸੀ। ਉਹ ਕਹਿੰਦੇ ਜੀ ਹੁਣ ਇੱਥੇ ਦੱਸੋ ਵੀ ਮਾਨ ਸਾਹਿਬ ਕੀ ਕਰਨਗੇ, ਕੀ ਮਾਨ ਸਾਹਿਬ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਜਿਹੜੇ ਇਲਜ਼ਾਮ ਸਰੂਪ ਚੰਦ ਸਿੰਗਲੇ ਨੇ ਲਾਏ ਹੈ ਉਹਨਾਂ ਦੀ ਜਾਂਚ ਕਰਾਉਣਗੇ, ਇਹਨਾਂ ਦੀ ਤਾਂ ਦੋਸਤੀ ਹੈ। ਉਦੋਂ ਫਿਰ ਨਿੱਜਰ ਸਾਹਿਬ ਨੇ ਕਿਹਾ ਕਿ ਇਹਦੀ ਦੋ ਗੱਲਾਂ ਕਰਕੇ ਭਗਵੰਤ ਸਿੰਘ ਮਾਨ ਨੂੰ ਜਾਣਿਆ ਜਾਂਦਾ ਹੈ। ਇੱਕ ਤਾਂ ਉਹ ਕੱਟੜਾ ਇਮਾਨਦਾਰ ਹੈ ਜੀ, ਦੂਜੀ ਗੱਲ ਹੈ ਕਿ ਦੋਸਤੀ ਕਿਸੇ ਨਾਲ ਕੁਝ ਵੀ ਹੋਵੇ ਤੇ ਉਹ ਆਪਦਾ ਕੰਮ ਹੈ ਜਿਹੜਾ ਬਿਲਕੁਲ ਨਿਯਮਾਂ ਦੇ ਮੁਤਾਬਕ ਕਰਦੇ ਹੈ। ਇਸ ਲਈ ਜੇ ਕੋਈ ਗੱਲਬਾਤ ਹੁੰਦੀ ਹੈ ਤਾਂ ਉਹ ਆਊਗੀ। ਹੁਣ ਤੁਸੀਂ ਪੁੱਛਿਆ ਵੀ ਰਾਜਨੀਤੀ ਕੀ ਹੈ, ਰਣਨੀਤੀ ਤੇ ਰਾਜਨੀਤੀ ਦੋਨੇ ਇਕੱਠੀਆਂ। ਰਾਜਨੀਤੀ ਹਾਸਲ ਕਰਨ ਵਾਸਤੇ ਰਣਨੀਤੀ ਬਣਾਈ ਜਾਂਦੀ ਹੈ। ਅੱਜ ਕੱਲ੍ਹ ਇੱਕ ਚਰਚਾ ਚੱਲ ਰਹੀ ਹੈ ਲੋਕਾਂ ਦੇ ਵਿੱਚ ਕਿ ਮਨਪ੍ਰੀਤ ਸਿੰਘ ਬਾਦਲ ਰਾਜੇ ਵੜਿੰਗ ਦੇ ਹੁੰਦੇ ਆ, ਜਿਹੜੇ ਰਾਜੇ ਵੜਿੰਗ ਦੇ ਨਾਲ 36 ਦਾ ਅੰਕੜਾ ਹੈ ਉਹਦੇ ਹੁੰਦੇ ਮਨਪ੍ਰੀਤ ਸਿੰਘ ਬਾਦਲ ਦਾ ਬਣੂਗਾ ਕੀ। ਦਾਨੇਵਾਲੀਆ ਸਾਹਿਬ ਯਾਦ ਕਰੋ ਤੁਸੀਂ, ਇਲੈਕਸ਼ਨਾਂ ਦੇ ਆਖਰੀ ਦਿਨਾਂ 'ਚ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ, ਜਿਹਦੇ ਵਿੱਚ ਉਹਨੇ ਕਿਹਾ ਸੀ, ਉਹਨੇ ਮੰਨ ਲਿਆ ਸੀ ਕਿ ਮੇਰੇ ਪੈਰ ਨਹੀਂ ਲੱਗਣਗੇ, ਬਾਦਲ ਪਰਿਵਾਰ ਨੇ ਰਲ ਮਿਲ ਕੇ ਮੈਨੂੰ ਹਰਾਉਣਾ ਬਿਲਕੁਲ। ਹਾਂ, ਉਹਨੇ ਉਹਦੇ ਕਹਿਤਾ ਸੀ ਭਰਾਵੋ ਮੇਰੀ ਸੁਣ ਲਓ ਗੱਲ, ਇਨਸਾਫ ਪਸੰਦ ਲੋਕੋ, ਬਠਿੰਡਾ ਤੋਂ ਲੈ ਕੇ ਲੰਬੀ ਵਿੱਚ ਦੀ ਹੁੰਦੇ ਹੋਏ ਜਾਓ ਜਲਾਲਾਬਾਦ ਜੀ, ਤੇ ਜਲਾਲਾਬਾਦ ਤੋਂ ਪਹੁੰਚ ਜਾਓ ਤੁਸੀਂ ਮਜੀਠੀਆ ਤੇ ਅੰਮ੍ਰਿਤਸਰ, ਤੇ ਵਿੱਚੇ ਤੁਸੀਂ ਮਤਲਬ ਗੇੜਾ ਮਾਰ ਲਿਓ ਪੱਟੀ ਦੇ ਵਿੱਚ। ਅੱਛਾ ਜੀ। ਬਾਦਲ ਪਰਿਵਾਰ ਦਾ ਕੋਈ ਮੈਂਬਰ ਜਿੱਤਣਾ ਜਾਵੇ ਰਗੜੇ ਕੱਢ ਦਿਓ, ਬਾਦਲਾਂ ਨੂੰ ਰਗੜ ਕੇ ਰੱਖ ਦਿਓ, ਉਹਨੇ ਇਹ ਗੱਲ ਕਹੀ ਸੀ। ਔਰ ਜਿਹੜੀ ਇਹਦੀ ਹੂਕ ਨਿਕਲੀ ਸੀ ਰਾਜੇ ਵੜਿੰਗ ਦੀ ਜੀ, ਉਹ ਹੂਕ ਉਹਦੇ ਅੰਦਰੋਂ ਉੱਠੀ ਹੋਈ ਹੂਕ ਸੀ। ਤੇ ਜੇ ਅਗਲੀ ਗੱਲ ਦੇਖੀਏ ਆਪਾਂ, ਕਿਉਂਕਿ ਕਸਟਡੀ 'ਚ ਹੈ 4 ਦਿਨਾਂ ਦੇ ਲਈ ਰਿਮਾਂਡ ਦੇ ਉੱਤੇ ਹੈ ਆਪਣਾ ਭਾਰਤ ਭੂਸ਼ਣ ਆਸ਼ੂ, ਤੇ ਜੇ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਵਾਲੇ ਇਮਾਨਦਾਰੀ ਨਾਲ ਪੁੱਛਣ ਵੀ ਆਸ਼ੂ ਜੀ ਦੱਸੋ ਜੀ ਤੁਹਾਡੇ ਮਹਿਕਮੇ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਨੂੰ ਕੀ ਮਿਲਿਆ ਸੀ, ਤੇ ਮੇਰਾ ਖਿਆਲ ਹੈ ਵੀ ਬਾਦਲ ਆਪਣਾ ਦਾਨੇਵਾਲੀਆ ਸਾਹਿਬ ਲੁਕੋ ਹੋਣੇ ਵੀ ਨਹੀਂ ਰੱਖਣਾ, ਕਿਉਂਕਿ ਚੋਣਾਂ ਦੇ ਦੌਰਾਨ ਹੀ ਇੱਕ ਆਸ਼ੂ ਦੀ ਵੀ ਵੀਡੀਓ ਆਡੀਓ ਵਾਇਰਲ ਹੋਈ ਸੀ ਜੀ, ਜਦੋਂ ਇੱਕ ਟੀਚਰ ਆਡੀਓ ਨੂੰ ਆਪਣਾ ਇੱਕ ਟੀਚਰ ਟੈਲੀਫੋਨ ਤੇ ਕਹਿੰਦਾ ਹੈ ਆਸ਼ੂ ਨੂੰ ਕਿ ਆਸ਼ੂ ਜੀ ਅਸੀਂ ਤੁਹਾਡੇ ਨਾਲ ਆ, ਅਸੀਂ ਤੁਹਾਡੇ ਨਾਲ ਖੜੇ ਆ, ਪਰ ਸਾਨੂੰ ਜਿਹੜੇ ਕੱਚੇ ਟੀਚਰਾਂ ਨੂੰ ਪੱਕੇ ਨਾ ਕਰਨ ਦੇ ਵਿੱਚ ਸਭ ਤੋਂ ਵੱਡਾ ਅੜਿੱਕਾ ਮਨਪ੍ਰੀਤ ਬਾਦਲ ਦਾ ਹੈ, ਤੇ ਆਪਣਾ ਹੁੰਦਾ ਜੀ ਨੁਕਸਾਨ, ਤੁਸੀਂ ਉਹਨੂੰ ਸਮਝਾਓ। ਤੇ ਉਦੋਂ ਫਿਰ ਆਸ਼ੂ ਕਹਿੰਦਾ ਸੀ ਤੁਸੀਂ ਯਾਰ ਮਨਪ੍ਰੀਤ ਨਾਲ ਕਰ ਲਓ ਹਿਸਾਬ ਕਿਤਾਬ, ਉਹਨੂੰ ਰਗੜਦੇ ਸਾਨੂੰ ਕਿ ਉਹਨੂੰ ਰਗੜਦੇ, ਸਾਡੇ ਤੁਸੀਂ ਕਾਂਗਰਸ ਦੇ ਰਗੜੇ ਕਿਉਂ ਕਰਦੇ, ਕਾਂਗਰਸ ਦਾ ਨੁਕਸਾਨ ਨਾ ਕਰੋ, ਉਹਨੂੰ ਮਾਂਜੋ ਬਠਿੰਡੇ 'ਚ ਜਾ ਕੇ। ਤੇ ਇਹਦਾ ਮਤਲਬ ਹੈ ਕਿ ਸਬੰਧ ਉਹਦੇ ਵੀ ਉਹਨੇ ਕੀ ਚੰਗੇ ਹੈ ਮਨਪ੍ਰੀਤ ਬਾਦਲ ਨਾਲ ਜਿੰਨੇ ਰਾਜੇ ਵੜਿੰਗ ਦੇ ਜੀ। ਸੋ ਹੁਣ ਇਹ ਜਿਹੜੀ ਰਣਨੀਤੀ ਹੈ ਪੁੱਛਿਆ ਕਿ ਉਹਦੀ ਵੀ ਹੋ ਸਕਦੀ, ਜਿਹੜੀ ਅਗਲੀ ਰਣਨੀਤੀ ਹੈ, ਰੌਲਾ ਇਹ ਚੱਲਦਾ ਕਿ ਜੋ ਰਾਜਾ ਵੜਿੰਗ ਪ੍ਰਧਾਨ ਹੈ ਤੇ ਮਨਪ੍ਰੀਤ ਸਿੰਘ ਬਾਦਲ ਦੇ ਪੈਰ ਇੱਥੇ ਕਿਵੇਂ ਲੱਗਣਗੇ। ਇਹਦੇ 'ਚ ਕੁਝ ਲੋਕ ਇਹ ਵੀ ਸੋਚਦੇ ਆ ਕਿ ਸ਼ਾਇਦ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦੇਵੇ। ਜਿਵੇਂ ਰੌਲਾ ਰੱਪਾ ਪਿਛਲੇ ਦਿਨਾਂ ਦੇ ਵਿੱਚ ਉਹ ਲੰਡਨ ਗਏ ਹੋਏ ਸੀਗੇ, ਇੰਗਲੈਂਡ ਸੀਗੇ, ਉਦੋਂ ਵੀ ਉਹ ਆ ਕਿਉਂ ਨਹੀਂ ਰਹੇ। ਕੋਈ ਲੋਕ ਇਹ ਕਹਿੰਦੇ ਸੀ ਜੀ ਉਹਨਾਂ ਦੀ ਘਰ ਵਾਪਸੀ ਹੋ ਸਕਦੀ ਹੈ, ਮੁੜ ਕੇ ਫਿਰ ਆਪਦੇ ਪਰਿਵਾਰ 'ਚ ਜਾ ਸਕਦੇ ਹੈ, ਅਕਾਲੀ ਦਲ 'ਚ ਜਾ ਸਕਦੇ ਆ। ਕੁਝ ਲੋਕ ਇਹ ਗੱਲ ਕਹਿੰਦੇ ਸੀ ਕਿ ਜੀ ਬੀਜੇਪੀ ਦੀ ਕੌਮੀ ਲੀਡਰਸ਼ਿਪ ਦੇ ਨਾਲ ਉਹਨਾਂ ਦੇ ਸੰਬੰਧ ਚੰਗੇ ਹੈ, ਸੰਭਾਵਨਾ ਇਹ ਵੀ ਹੈ ਵੀ ਉਹ ਬੀਜੇਪੀ ਚਲੇ ਜਾਣ।
ਹੁਣ ਜਿਹੜਾ ਬੰਦਾ ਬੀਜੇਪੀ ਚਲਾ ਗਿਆ ਹੂੰ ਹੂੰ ਤੇ ਬੀਜੇਪੀ ਦੇ ਵਿੱਚ ਉਹਦਾ ਪੂਰਾ ਮਾਨਤਾਨ ਹੈ, ਹਿੰਦੂ ਚਿਹਰਾ ਹੈ। ਹੂੰ ਹੂੰ ਜਦੋਂ ਉਹ ਗੱਲ ਕਹਿੰਦਾ ਕਿ ਜੀ ਆਹ ਘਪਲੇਬਾਜ਼ੀ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਵੀ ਹੈ, ਹੂੰ ਉਹਨੇ ਸ਼ੁਰੂਆਤ ਕਰਤੀ, ਅੜਿੱਕਾ ਲਾਤਾ। ਉਹ ਅੜਿੱਕਾ ਜਿਹੜਾ ਹੈਗਾ ਲਾਇਆ ਕਾਹਦੇ ਤੇ ਹੈ ਕਿ ਮਨਪ੍ਰੀਤ ਸਿੰਘ ਬਾਦਲ ਦੀ ਬੀਜੇਪੀ ਦੇ ਵਿੱਚ ਐਂਟਰੀ ਨਾ ਹੋਵੇ। ਅੱਛਾ, ਇਹ ਪਹਿਲਾਂ ਹੀ ਉਹਨੇ ਪਹਿਲੀ ਜਿਹੜੀ ਹੈਗੀ ਪੇਸ਼ਬੰਦੀ ਹੈ। ਪੇਸ਼ਬੰਦੀ ਉਹਨੂੰ ਪਤਾ ਕਿ ਕਾਂਗਰਸ ਦਾ ਕੱਖ ਬਣਦਾ ਨਹੀਂ ਤੇ ਕੱਲ ਨੂੰ ਕਿਤੇ ਮੇਰੀ ਜਗ੍ਹਾ ਦੇ ਉੱਤੇ ਬਠਿੰਡੇ ਤੋਂ ਆ ਕੇ ਕੈਂਡੀਡੇਟ ਫੇਰ ਨਾ ਬਣ ਜੇ। ਉਹਨੇ ਇਸ ਕੰਪਲੇਂਟ ਦੇ ਰਾਹੀਂ ਰਾਹ ਬੰਦ ਕੀਤਾ ਹੈ, ਵਾਰਡ ਕਰ ਲਈ। ਆਪਾਂ ਪਹੀ ਦੇ ਵਿੱਚ ਵਾਰਡ ਨਹੀਂ ਕਰ ਲੈਂਦੇ ਕਈ ਵਾਰੀ ਵੀ ਇਧਰ ਦੀ ਨਾ ਟੱਪੇ ਵੀ ਭਾਈ ਆ ਰੋਕ ਦਿਓ, ਕਿਉਂਕਿ ਜਿਹੜੀ ਉਹਨੇ ਕੰਪਲੇਂਟ ਕੀਤੀ ਹੈ ਉਹ ਕੰਪਲੇਂਟ ਉਹਨੇ ਬੀਜੇਪੀ ਦੇ ਆਗੂ ਦੇ ਤੌਰ ਤੇ ਕੀਤੀ। ਆ ਤੁਸੀਂ ਵੇਖਿਆ ਹੋਣਾ ਨਾ, ਆਪਣਾ ਇਲਾਕਾ ਦਾ ਟਿੱਬੇ ਵਾਲਾ, ਜਦੋਂ ਪਹੀ ਘੁੰਮ ਕੇ ਆਉਂਦੀ ਹੈ ਤਾਂ ਸਿੱਧੀ ਡੰਡੀ ਪਾ ਲੈਂਦੇ ਆ। ਹਾਂਜੀ ਹਾਂਜੀ, ਉਹ ਫਿਰ ਡੰਡੀ ਦੇ ਉਹ ਝਾਫੇ ਲਾਉਂਦੇ ਲੋਕ, ਝਾਫੇ ਲਾਉਂਦੇ। ਹਾਂ ਬਿਲਕੁਲ ਬਿਲਕੁਲ ਵੀ ਭਾਈ ਆ ਡੰਡੀ ਜਿਹੜੀ ਹੈ ਖਿੱਤੀਆਂ, ਹਾਂ ਝਾਫਿਆਂ ਦੀ ਖਿੱਤੀ ਲਾਉਂਦੇ ਹੁੰਦੇ, ਮਲਿਆਂ ਦੀ ਹਾਂ ਮਲਿਆਂ ਦੀ। ਉਹ ਸਲੰਗ ਨਾਲ ਚੱਕ ਕੇ ਲਾਉਣੀ ਪੈਂਦੀ ਸੀ ਕਿਉਂਕਿ ਹੱਥ ਤਾਂ ਪੈਂਦਾ ਨਹੀਂ, ਕੰਡੇ ਹੁੰਦੇ। ਹਾਂ ਕੰਡੇ ਹੁੰਦੇ। ਉਹ ਫਿਰ ਉਹ ਮਲਿਆਂ ਦੀ ਖਿੱਤੀ ਲਾਤੀ ਉਹਨੇ ਵੀ ਆਹ ਲਓ ਜੀ, ਇੱਥੋਂ ਦੀ ਮੈਂ ਨਹੀਂ ਟੱਪਣ ਦਿੰਦਾ। ਹੁਣ ਇਹ ਅੱਗੇ ਦੇਖਣਾ ਵੀ ਹੋਣਾ ਕੀ ਹੈ। ਵੈਸੇ ਇਹ ਕੱਲ ਖਬਰ ਆ ਗਈ ਸੀ ਜਦੋਂ ਇਹਨੇ ਪੀਸੀ ਕੀਤੀ ਹੈ, ਪ੍ਰੈਸ ਕਾਨਫਰੰਸ ਕੀਤੀ ਹੈ, ਪੱਤਰਕਾਰਾਂ ਨਾਲ ਗੱਲਬਾਤ ਕਰਕੇ ਇਲਜ਼ਾਮ ਲਾਏ ਹੈ। ਉਦੋਂ ਜੈਜੀਤ ਸਿੰਘ ਜੌਹਲ ਦਾ ਵੀ ਇਹ ਸੁਨੇਹਾ ਆ ਗਿਆ ਸੀ ਵੀ ਜੀ ਕੱਲ ਨੂੰ ਅਸੀਂ ਵਿਸਥਾਰ ਨਾਲ ਬੈਠ ਕੇ ਤੇ ਗੱਲ ਕਰਾਂਗੇ, ਤੇ ਕੱਲੀ ਗੱਲ ਦਾ ਜਵਾਬ ਦੇਣਗੇ। ਅੱਜ ਮੇਰਾ ਖਿਆਲ ਅਜੇ ਤੱਕ ਤਾਂ ਜਵਾਬ ਆਇਆ ਨਹੀਂ। ਹਾਂਜੀ, ਸ਼ਾਇਦ ਆ ਜੇ ਸ਼ਾਮ ਤੱਕ। ਜੀ ਜੀ। ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ, ਸਿਕਿਉਰਿਟੀ ਦੀ ਕਟੌਤੀ ਬੜੇ ਵੱਡੇ ਪੱਧਰ ਤੇ ਕੀਤੀ ਸੀ, ਤੇ ਪਰ ਉਸ ਤੋਂ ਪਹਿਲਾਂ ਭਾਰਤ ਭੂਸ਼ਣ ਦੇ ਬਾਰੇ ਅਪਡੇਟ ਦਿਓ। ਦੇਖੋ, ਭਾਰਤ ਭੂਸ਼ਣ ਨੂੰ ਜਦੋਂ ਲੈ ਕੇ ਜਾਣ ਦੀ ਗੱਲ ਆਈ ਸੀ ਉਦੋਂ ਅੜਿੱਕਾ ਪਾਇਆ ਸੀ ਬਿੱਟੂ ਨੇ ਜੀ ਕਿ ਜੀ ਤੁਸੀਂ ਇਉਂ ਕਰਦੇ ਹੋ, ਤੇ ਮੈਨੂੰ ਅਜੇ ਪਤਾ ਲੱਗਿਆ ਕਿ ਵਿਜੀਲੈਂਸ ਵਾਲਿਆਂ ਨੇ ਬਿੱਟੂ ਦੀ ਕੰਪਲੇਂਟ ਵੀ ਜ਼ਿਲ੍ਹਾ ਪੁਲਿਸ ਨੂੰ ਭੇਜਤੀ ਸੀ ਜੀ। ਸ਼ਾਇਦ ਜ਼ਿਲ੍ਹਾ ਪੁਲਿਸ ਨੇ ਵੀ ਕੇਸ ਰਜਿਸਟਰ ਕਰ ਲਿਆ ਬਿੱਟੂ ਦੇ ਖਿਲਾਫ। ਇਹ ਸ਼ਾਇਦ ਆ, ਪੱਕਾ ਨਹੀਂ ਕਹਿ ਸਕਦੇ ਕਿਉਂਕਿ ਮੈਂ ਅਜੇ ਤੱਕ ਖਬਰ ਦੇਖੀ ਨਹੀਂ। ਮੈਂ ਪ੍ਰੈਸ ਕਾਨਫਰੰਸ ਦੇ ਵਿੱਚੋਂ ਆਇਆ, ਉੱਥੇ ਕੁਝ ਬੰਦੇ ਗੱਲਾਂ ਕਰ ਰਹੇ ਸੀ ਪੁਲਿਸ ਵਾਲੇ ਕਿ ਸ਼ਾਇਦ ਕੇਸ ਰਜਿਸਟਰ ਹੋ ਗਏ ਜੀ, 353 ਤੇ 506 ਵਗੈਰਾ ਕੁਛ ਇਹੋ ਜਿਹੀ ਗੱਲ ਕਹਿ ਰਹੇ ਸੀ। ਉਧਰੋਂ ਜਿਹੜਾ ਬੰਦਾ ਮਖਮਲਾ 'ਚ ਸੌਂਦਾ ਹੋਵੇ ਜੀ, ਤੇ 2 ਰਾਤਾਂ ਜੀ ਉਹਦੀਆਂ ਨਿਕਲ ਗਈਆਂ ਰਿਮਾਂਡ ਦੇ ਵਿੱਚ। ਪਹਿਲੇ ਦਿਨ ਤਾਂ ਉਹਦੀ ਗ੍ਰਿਫਤਾਰੀ ਹੋਈ ਤੇ ਕੱਲ ਉਹਦਾ ਰਿਮਾਂਡ ਲੈ ਲਿਆ ਸੀ। ਪਰਸੋਂ ਸੋਮਵਾਰ ਵਾਲੇ ਦਿਨ ਜਦੋਂ ਉਹਨੂੰ ਗ੍ਰਿਫਤਾਰ ਕੀਤਾ ਸੀ, ਪੁੱਛਿਆ ਸੀ ਵਿਜੀਲੈਂਸ ਵਾਲਿਆਂ ਨੇ ਕਿ ਭਾਰਤ ਭੂਸ਼ਣ ਜੀ ਕੀ ਖਾਓਗੇ ਜੀ, ਤੁਹਾਨੂੰ ਲੰਗਰ ਪਾਣੀ ਛਕਾ ਦਈਏ? ਉਹ ਕਹਿੰਦਾ ਜੀ ਮੇਰਾ ਸੋਮਵਾਰ ਨੂੰ ਵਰਤ ਹੁੰਦਾ ਹੈ, ਅੱਜ ਤਾਂ ਮੈਂ ਕੁਛ ਨਹੀਂ ਖਾਣਾ। ਰਾਤ ਨੂੰ ਰਾਜਾ ਵੜਿੰਗ ਆ ਗਿਆ ਸੀ, ਪਹਿਲਾਂ ਕਾਂਗਰਸ ਨੇ ਰੌਲਾ ਰੱਪਾ ਪਾਇਆ ਸੀ, ਫਿਰ ਉਹਨੇ ਚੁਕਵਾ ਦਿੱਤਾ ਸੀ ਜੀ। ਕੱਲ ਸਵੇਰੇ ਫਿਰ ਉਹਦੇ ਭਰਾ ਨੇ, ਉਹਦਾ ਭਰਾ ਉੱਥੇ ਬੈਠਾ ਸੀ, ਉਹਨੇ ਜਾ ਕੇ ਆਪਣੇ ਪੁਲਿਸ ਵਾਲਿਆਂ ਨੂੰ ਦੱਸਿਆ, ਆਪਣਾ ਵਕੀਲਾਂ ਨੂੰ ਦੱਸਿਆ ਵੀ ਲੈ ਕੇ ਆ ਰਹੇ ਜੀ। ਵਕੀਲਾਂ ਨੇ ਖੈਰ 1 ਘੰਟਾ ਬਹਿਸ ਹੋਈ ਹੈ ਜੀ ਦੋਨਾਂ ਤਰ੍ਹਾਂ ਦੀ, ਸਰਕਾਰੀ ਵਕੀਲ ਤੇ ਡਿਫੈਂਸ ਦੇ ਵਕੀਲ ਜੀ। ਡਿਫੈਂਸ ਵਾਲੇ ਨੇ ਕਿਹਾ ਸੀ ਜੀ ਕੇਸ ਨਹੀਂ ਬਣਦਾ, ਉਹ ਕਹਿੰਦੇ ਜੀ ਕੇਸ ਬਣਦਾ, ਬਹੁਤ ਕੁਛ ਜਿਹੜਾ ਹੈ ਉਗਲੇ ਹੈ। ਔਰ ਉਹਨਾਂ ਨੇ ਜੀ ਪੂਰੀ ਉਹਦੇ ਤੇ ਕੋਸ਼ਿਸ਼ ਕਰਕੇ ਤੇ 4 ਦਿਨਾਂ ਦਾ ਪੁਲਿਸ ਰਿਮਾਂਡ ਲੈ ਲਿਆ ਜੀ। 4 ਦਿਨਾਂ ਦਾ ਪੁਲਿਸ ਰਿਮਾਂਡ ਤਾਂ ਲੈ ਲਿਆ ਇਹਦਾ, ਭਾਰਤ ਭੂਸ਼ਣ ਆਸ਼ੂ ਦਾ, ਤੇ ਨਾਲ 2 ਦਿਨਾਂ ਲਈ ਪੁਲਿਸ ਰਿਮਾਂਡ ਵਧਾ ਦਿੱਤਾ ਹੈ ਤੇਲੂ ਰਾਮ ਦਾ ਜੀ। ਉਹ ਕਹਿੰਦੇ ਜੀ ਤੇਲੂ ਰਾਮ ਨੂੰ ਆਮਣੇ ਸਾਹਮਣੇ ਬਿਠਾ ਕੇ ਤੇ ਪੁੱਛਗਿੱਛ ਕਰਨੀ ਹੈ, ਕਿਉਂਕਿ ਤੇਲੂ ਰਾਮ ਨੇ ਜਿਹੜੇ ਇੰਕਸ਼ਾਫ ਕੀਤੇ ਹੈ ਉਹਨਾਂ ਇੰਕਸ਼ਾਫਾਂ ਦੇ ਨਾਲ ਮਿਲਾਨ ਕਰਨਾ ਹੈ ਕਿ ਭਾਰਤ ਭੂਸ਼ਣ ਜੀ ਕੀ ਕਹਿੰਦੇ ਜੀ। 4 ਦਿਨ ਦਾਨੇਵਾਲੀਆ ਸਾਹਿਬ ਬਹੁਤ ਹੁੰਦੇ, ਬਹੁਤ ਜ਼ਿਆਦਾ ਹੁੰਦੇ। ਕਹਿੰਦੇ ਵੀ ਮਖਮਲਾ ਤੇ ਪੈਣ ਵਾਲੇ ਬੰਦੇ ਨੂੰ ਆਪਣਾ ਕੀ ਹੁੰਦਾ, ਤਖਤਪੋਸ਼ ਤੇ ਪੈਣਾ ਪਿਆ। ਬਹੁਤ ਹਾਂ, ਤਖਤਪੋਸ਼ ਵੀ ਨਹੀਂ ਜੀ ਉੱਥੇ, ਤਾਂ ਫਿਰ ਤੁਸੀਂ ਵੀ ਸਿਆਣੇ। ਵੈਸੇ ਗੱਲ ਕਹਿ ਤਾਂ ਉਹਨਾਂ ਨੇ ਵੀ ਤਖਤਪੋਸ਼ ਤੇ ਪਾਤਾ, ਤੇ ਪਾਇਆ ਹੋਣਾ ਕਿ ਨਹੀਂ ਹੋਣੇ ਤਾਂ ਪੁਲਿਸ ਵਾਲਿਆਂ ਨੂੰ ਪਤਾ, ਕਿਉਂਕਿ ਆਮ ਤੌਰ ਦੇ ਉੱਤੇ ਜੇ ਪੁਲਿਸ ਦੇ ਨਾਲ ਤੁਹਾਡਾ ਰਵੱਈਆ ਠੀਕ ਹੋਵੇ, ਵਤੀਰਾ ਤੁਹਾਡਾ ਠੀਕ ਹੋਵੇ, ਤਾਂ ਸਰਕਾਰਾਂ ਦੇ ਹੁਕਮ ਵੀ ਪੁਲਿਸ ਵਜਾਉਂਦੀ ਰਹਿੰਦੀ ਹੈ, ਤੇ ਪਰ ਫਿਰ ਵੀ ਕਿਤੇ ਨਾ ਕਿਤੇ ਲਿਹਾਜ਼ ਕਰ ਜਾਂਦੇ। ਲੇਕਿਨ ਜਿਵੇਂ ਉਹਨੂੰ ਰਾਉਂਡ ਅਪ ਕੀਤਾ ਸੀ ਜਾਂ ਗ੍ਰਿਫਤਾਰ ਕੀਤਾ ਸੀ, ਉਸ ਵੇਲੇ ਜਿਹੜਾ ਬਿਹੇਵੀਅਰ ਸੀ ਰਵਨੀਤ ਬਿੱਟੂ ਦਾ, ਉਸ ਦੇ ਨਾਲ ਮਤਲਬ ਕੱਲਾ ਬਿਹੇਵੀਅਰ ਹੀ ਉਹਦਾ ਸਖਤ ਨਹੀਂ ਸੀ, ਸਗੋਂ ਉਹਨੇ ਪੁਲਿਸ ਵਾਲਿਆਂ ਨੂੰ ਥੋੜਾ ਜਿਹਾ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਜਦੋਂ ਰਵਨੀਤ ਬਿੱਟੂ ਇੱਕ ਬੰਦੇ ਨੂੰ ਕਹਿੰਦਾ ਵੀ ਤੂੰ ਮੈਨੂੰ ਕਹਿੰਦਾ ਮੈਂ ਤੈਨੂੰ ਵੋਟਾਂ ਪਾਉਂਦਾ ਰਿਹਾ, ਜੇ ਕਿਸੇ ਬੰਦੇ ਨੇ ਪੁਲਿਸ ਵਾਲੇ ਨੇ ਕਹਿਤਾ ਜੀ ਮੈਂ ਤੁਹਾਨੂੰ ਵੋਟ ਪਾਉਂਦਾ ਰਿਹਾ ਜੀ, ਤਾਂ ਇਹ ਮੇਰਾ ਖਿਆਲ ਉਹਨੂੰ ਜਗਜ਼ਾਰ ਕਰਨ ਦੀ ਕੀ ਲੋੜ ਹੈ। ਲਾਈਵ ਹੋ ਕੇ ਉਹ ਗੱਲ ਕਹਿ ਰਿਹਾ ਹੈ, ਲਾਈਵ ਕਰਵਾ ਕੇ ਉਹ ਕਹਿੰਦਾ ਜੀ ਮੈਂ ਤਾਂ ਤੁਹਾਨੂੰ ਕਿਹਾ ਨਹੀਂ, ਮੈਂ ਕਹਿੰਦਾ ਮੈਂ ਤੁਹਾਨੂੰ ਜਾਣਦਾ ਵਗੈਰਾ ਵਗੈਰਾ। ਇਹਦੇ ਨਾਲ ਮਤਲਬ ਕਾਫੀ ਜਿਹੜੇ ਹੈਗੇ ਟੈਂਸ ਬਣ ਗਈ ਸੀ ਸਥਿਤੀ, ਉਹਦੇ ਚੱਲਦਿਆਂ ਮੁਸ਼ਕਿਲ ਹੈ ਮੇਰੇ ਖਿਆਲ ਮੁਤਾਬਕ ਉਹਨੂੰ ਕੀ ਹੈ। ਹੁਣ ਅਗਲੀ ਗੱਲ ਇਹ ਹੈ ਕਿ ਜਿਵੇਂ ਅੰਮ੍ਰਿਤਸਰ ਵਾਲੇ AFSO ਨੇ ਕਹਿਤਾ ਜੀ ਘਪਲਾ ਜਿਹੜਾ ਹੈਗਾ 25,000 ਕਰੋੜ ਦਾ ਹੈ ਜੀ, ਤਾਂ ਇਹਦੇ 'ਚ ਦਾਨੇਵਾਲੀਆ ਸਾਹਿਬ ਕੋਈ ਜ਼ਰੂਰੀ ਨਹੀਂ ਕਿ ਰਿਮਾਂਡ 4 ਦਿਨਾਂ ਦਾ ਰਹੇ ਜੀ, ਵੱਧ ਵੀ ਹੋ ਸਕਦਾ, ਇਹ ਰਿਮਾਂਡ ਵੱਧ ਵੀ ਸਕਦੇ। ਤੁਸੀਂ ਇਹ ਦੇਖੋ ਕਿ ਜਦੋਂ ਪੁਲਿਸ ਦਾ ਇਰਾਦਾ ਹੋ ਜੇ ਜੀ, ਤੇ ਪੁਲਿਸ ਫਿਰ ਬੜਾ ਕੁਛ ਕਰ ਲੈਂਦੀ ਹੈ। ਜਿਸ ਦਿਨ
ਲਾਰੈਂਸ ਬਿਸ਼ਨੋਈ ਦਾ ਰਿਮਾਂਡ ਲਿਆ, ਟ੍ਰਾਂਜ਼ਿਟ ਰਿਮਾਂਡ ਦਿੱਲੀ ਤੋਂ। ਜੀ। ਕੋਈ ਕਹਿੰਦਾ ਸੀ ਕਿ ਮਹੀਨਿਆਂ ਬੱਧੀ ਉਹ ਪੁਲਿਸ ਰਿਮਾਂਡ 'ਚ ਰਹੂਗਾ, ਹੂੰ ਤੇ ਹੁਣ ਦਾ ਪੁਲਿਸ ਰਿਮਾਂਡ ਮੁੱਕਦਾ ਹੀ ਨਹੀਂ। ਜੀ। ਇੱਕ ਕੇਸ 'ਚ ਰਿਮਾਂਡ ਮੁੱਕ ਜਾਂਦਾ ਹੈ, ਹੂੰ ਦੂਜਾ ਨਵਾਂ ਕੇਸ ਜਿਹੜਾ ਦਰਜ ਹੋ ਜਾਂਦਾ ਹੈ, ਜੀ। ਜਾਂ ਪੁਰਾਣੇ ਦਰਜ ਹੋਏ ਕੇਸ ਦੇ ਵਿੱਚ ਉਹਨੂੰ ਨਾਮਜ਼ਦ ਕੀਤਾ ਜਾਂਦਾ ਹੈ। ਹੂੰ ਕਿਉਂਕਿ ਭਾਰਤ ਭੂਸ਼ਣ ਆਸ਼ੂ ਦੇ ਉੱਤੇ ਨਿਗਾਹ ਬਹੁਤ ਸੀ। ਜੀ। ਪੁਲਿਸ ਅਧਿਕਾਰੀਆਂ ਦੀ ਵੀ ਨਿਗਾਹ ਸੀ, ਪ੍ਰਸ਼ਾਸਨਿਕ ਅਧਿਕਾਰੀਆਂ ਦੀ ਨਿਗਾਹ ਵੀ ਸੀ, ਹੂੰ ਵਿਦਨ ਕਾਂਗਰਸ ਦਾ ਵੀ ਨਿਗਾਹ ਸੀ। ਜੀ। ਔਰ ਜਿਹੜਾ ਉਹਨੇ ਸਰਕਾਰੀ ਅਧਿਕਾਰੀਆਂ ਨੂੰ ਤਪਾ ਕੇ ਰੱਖਿਆ ਸੀ, ਹੂੰ ਉਹ ਗੱਲ ਆਪਣੀ ਥਾਂ ਤੇ। ਸੋ ਕੁੱਲ ਮਿਲਾ ਕੇ ਦੇਖਦੇ ਹਾਂ ਆਪਾਂ ਭਾਰਤ ਭੂਸ਼ਣ ਆਸ਼ੂ ਦਾ ਹੁੰਦਾ ਕੀ ਹੈ। ਪਰ ਮੇਰੇ ਖਿਆਲ ਮੁਤਾਬਕ ਭਾਰਤ ਭੂਸ਼ਣ ਆਸ਼ੂ ਦਾ ਛੇਤੀ ਕਿਤੇ ਛੁਟਕਾਰਾ ਹੋਣਾ ਨਹੀਂ। ਹਾਂ, ਇਹ ਗੱਲ ਜ਼ਰੂਰ ਹੈ, ਇਹ ਮੈਂ ਅੱਜ ਵੀ ਕਹਿਣਾ ਕਿ ਕਈ ਵਾਰੀ ਇਹ ਹੁੰਦੀ ਸਥਿਤੀ ਕਿ ਕੇਸ ਲੰਬੇ ਬਹੁਤ ਹੋ ਜਾਂਦੇ ਹੈ। ਹੂੰ ਜੇ ਸੱਚਮੁੱਚ ਹੀ ਭਗਵੰਤ ਸਿੰਘ ਮਾਨ ਹੋਰੀ ਇਸ ਗੱਲ ਦੇ ਉੱਤੇ ਲੱਗੇ ਹੋਏ ਹੈ ਕਿ ਅਸੀਂ ਫ੍ਰੀ ਐਂਡ ਫੇਅਰ ਟ੍ਰਾਇਲ ਕਰਾਉਣੀ ਹੈ, ਜੀ। ਤਾਂ ਇਹਦੇ ਵਾਸਤੇ ਡੇ ਟੂ ਡੇ ਸੁਣਵਾਈ ਕਰਵਾਉਣੀ ਪੈਣੀ ਹੈ। ਡੇ ਟੂ ਡੇ ਸੁਣਵਾਈ ਕਰਵਾਓਗੇ ਤਾਂ ਜਾ ਕੇ ਗੱਲ ਬਣਨੀ ਹੈ, ਐਵੇਂ ਗੱਲ ਬਣਨੀ ਨਹੀਂ। ਕਿਉਂਕਿ ਫਿਰ ਬਾਅਦ ਦੇ ਵਿੱਚ ਗਵਾਹ ਮੁੱਕਰ ਜਾਂਦੇ, ਬੜਾ ਕੁਝ ਹੋ ਜਾਂਦਾ ਹੈ। ਜੇ ਡੇ ਟੂ ਡੇ ਫਾਸਟ ਟਰੈਕ ਕੋਰਟਾਂ ਬਣਵਾ ਦਿੱਤੀਆਂ ਜਾਣ, ਉਹਦੇ ਵਿੱਚੋਂ ਨਿਕਲ ਸਕਦਾ ਕੁਛ ਨਾ ਕੁਛ। ਤੇ ਵੈਸੇ ਸੁਨੇਹੇ ਤਾਂ ਆਉਣ ਲੱਗ ਪਏ ਇੱਧਰੋਂ ਉੱਧਰੋਂ, ਦੇਖਦੇ ਆ ਕਈ ਠੇਕੇਦਾਰ ਵੀ ਝੋਲੇ ਚੱਕੀ ਫਿਰਦੇ ਆ ਵੀ ਅਸੀਂ ਤੁਹਾਨੂੰ ਕਾਗਜ਼ ਪੱਤਰ ਦਿੰਦੇ ਆ, ਜੇ ਦੇਤੇ ਤਾਂ ਫਿਰ ਹੋਰ ਵੇਖਦੇ ਇੰਟਰਵਿਊ ਕਰਦੇ ਕਿਸੇ ਦੀ ਨਾ ਜੀ। ਲਓ ਕਾਗਜ਼, ਆਪਾਂ ਆਪ ਵੀ ਕਾਗਜ਼ ਪੜ੍ਹ ਕੇ ਵਿੱਚੋਂ ਬੜਾ ਕੁਝ ਨਿਕਲਿਆ, ਬਹੁਤ ਕੁਝ ਨਿਕਲਿਆ ਹੋਊਗਾ। ਸੁਨੇਹੇ ਤਾਂ ਫਿਰ ਇਹ ਹੈ ਨਾ ਜੀ, ਸੁਨੇਹੇ ਦਾ ਜਿਵੇਂ ਹੁਣ ਆ ਨਿਕਲੇ ਜੀ। ਜੇ ਸਰੂਪ ਚੰਦ ਸਿੰਗਲਾ ਸਾਹਮਣੇ ਆ ਗਿਆ, ਸਰੂਪ ਚੰਦ ਸਿੰਗਲੇ ਨੇ ਤਾਂ ਇੰਨੀ ਕਿਹਾ ਹੈ ਨਾ ਵੀ ਕਿ ਇਹਨਾਂ ਨੇ ਜੀ ਸਾਰਾ ਕੁਝ ਕੀਤਾ ਹੈ। ਉਹਦੇ ਵਿੱਚ ਵੀ ਜੇ ਆਪਾਂ ਦੇਖੀਏ ਤਾਂ ਕੱਲਾ ਮਨਪ੍ਰੀਤ ਸਿੰਘ ਬਾਦਲ ਦਾ ਨਾਂ ਨਹੀਂ ਲਿਆ, ਮਹਿਕਮਾ ਤਾਂ ਆਸ਼ੂ ਕੋਲੇ ਸੀ। ਬਿਲਕੁਲ ਆਸ਼ੂ ਦੀ ਮਰਜ਼ੀ ਤੋਂ ਬਗੈਰ ਤਾਂ ਕੁਝ ਹੋਇਆ ਨਹੀਂ, ਕਿਉਂਕਿ ਡਿਸਟ੍ਰਿਕਟ ਫੂਡ ਸਪਲਾਈ ਕੰਟਰੋਲਰ ਹੈ ਜਿਹੜੇ ਜੀ, ਉਹ ਹੁਕਮ ਤਾਂ ਆਸ਼ੂ ਦਾ ਹੀ ਮੰਨਦੇ ਸੀ। ਆਸ਼ੂ ਜੇ ਕੁਝ ਕਹਿੰਦਾ ਸੀ ਤਾਂ ਹੀ ਬੜਾ ਕੁਝ ਚੋਂ ਨਿਕਲੂਗਾ ਜੀ। ਸੋ ਕੁਝ ਵਪਾਰਕ ਸਨੇਹ ਲੈ ਲਈਏ ਜੀ ਫਿਰ। ਉਹਦੇ ਤੋਂ ਬਾਅਦ ਫਰੈਸ਼ ਰਹਿਣਾ। ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360652 6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। USA ਦੀ ਵਨ ਆਫ ਦ ਬਿਗੇਸਟ ਕਾਰ ਡੀਲਰਸ਼ਿਪ ਜੋ ਬੈਥਲਮ PH ਹੈ, ਇੱਥੇ ਤੁਹਾਨੂੰ ਆਪਣੀ ਮਨਪਸੰਦ ਕਨਵਰਟੇਬਲ SUV ਜਾਂ ਫਿਰ ਟਰੱਕ ਰੈਡੀ ਸਟਾਕ ਮਿਲਦਾ ਹੈ। ਇਹ ਤੁਹਾਨੂੰ ਤੁਹਾਡੀ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਕਾਰ ਚੂਜ਼ ਕਰਨ 'ਚ ਮਦਦ ਕਰਦੇ ਨੇ। ਤੁਸੀਂ ਕਾਲ ਕਰ ਸਕਦੇ ਹੋ ਦਿਲਬਾਗ ਜਿੰਮੀ ਨੂੰ 6105704200 ਜਾਂ 4848988100 ਤੇ, ਜਾਂ ਇਹਨਾਂ ਦੇ ਬਿਜ਼ਨਸ ਸਟਾਰ ਆਟੋ ਮਾਲ 3439 ਬਾਥ ਪਾਈਕ ਬੈਥਲਮ PA ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਬੈਡ ਕ੍ਰੈਡਿਟ ਨੋ ਪ੍ਰੋਬਲਮ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 5196220660 ਜਾਂ quicktrucklube.com। QTL, because we care. ਸਟੇਟ ਲਾਈਨ ਟਰੱਕ ਐਂਡ ਟ੍ਰੇਲਰ ਵਰਜੀਨੀਆ ਸਟੇਟ ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ, ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ, ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਮੁੜ ਤੋਂ ਸਾਡੇ ਨਾਲ ਜੁੜ ਗਏ ਹੋ ਤੇ ਢਿੱਲੋਂ ਸਾਹਿਬ, ਸਿਕਿਉਰਿਟੀ ਦਾ ਬੜਾ ਪ੍ਰਚਾਰ ਕੀਤਾ ਗਿਆ ਸੀਗਾ ਕਿ ਫਲਾਣੇ ਦੀ ਸਿਕਿਉਰਿਟੀ ਹਟਾਤੀ, ਉਹਦੀ ਘਟਾਤੀ, ਉਹਦੀ ਐਂ ਹੋ ਗਿਆ। ਅਸੀਂ ਹੁਣ ਜਿਹੜੇ ਕਹਿੰਦੇ ਐਵੇਂ ਡਰੀ ਜਾਂਦੇ ਜੇ ਇੰਨੇ ਪ੍ਰੇਮੀ ਤੁਸੀਂ ਡਰਦੇ ਹੋ ਲੋਕਾਂ ਤੋਂ, ਤਾਂ ਸਿਆਸਤ ਛੱਡ ਦਿਓ। ਇਹੋ ਜਿਹੇ ਤੱਕ ਬਿਆਨ ਆਏ। ਹੁਣ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਗਿਆ ਸੀ, ਕੀ ਬਣਿਆ ਜੀ? ਦੇਖੋ, ਹਾਈ ਕੋਰਟ ਨੇ ਇੱਕ ਗੱਲ ਤਾਂ ਇਹ ਗੱਲ ਕਹੀ ਹੈ ਕਿ ਸਿਕਿਉਰਿਟੀ ਦਾ ਜਿਹੜਾ ਤੁਸੀਂ ਫੈਸਲਾ ਕਰਨਾ ਹੈ ਜੀ, ਕਿ ਸਿਕਿਉਰਿਟੀ ਕਿਹਨੂੰ ਦੇਣੀ ਹੈ, ਇਹਨੂੰ ਰਿਵਿਊ ਕਰੋ, ਦੁਬਾਰਾ ਇਹ 'ਤੇ ਗੌਰ ਫਰਮਾਈ ਜਾਵੇ ਜੀ। ਔਰ ਉਹਦੇ ਲਈ ਉਹਨਾਂ ਨੇ ਕਿਹਾ ਹੈ ਕਿ ਸਟੇਟ ਇੰਟੈਲੀਜੈਂਸ,
ਤੇ ਜਿਹੜੀ ਸੈਂਟਰ ਦੀ ਇੰਟੈਲੀਜੈਂਸ ਹੈ, ਦੋਨੋਂ ਇੰਟੈਲੀਜੈਂਸ ਤੋਂ ਇਨਪੁਟਸ ਲਓ, ਜੀ ਉਹਦੇ ਆਧਾਰ ਦੇ ਉੱਤੇ ਫੈਸਲਾ ਕਰੋ। ਅਗਲੀ ਗੱਲ ਉਹਨਾਂ ਨੇ ਇਹ ਕਹੀ ਹੈ ਮਾਨਯੋਗ ਹਾਈ ਕੋਰਟ ਨੇ ਕਿ ਸਿਕਿਉਰਿਟੀ ਕਿਹਦੀ ਘਟਾਈ ਹੈ, ਕਿਹਦੀ ਵਧਾਈ ਹੈ, ਜੀ ਇਹ ਗੱਲ ਲੀਕ ਨਹੀਂ ਹੋਣੀ ਚਾਹੀਦੀ। ਇਹ ਡਾਕੂਮੈਂਟ ਬਹੁਤ ਕਨਫੀਡੈਂਸ਼ੀਅਲ ਹੁੰਦਾ ਤੇ ਪਬਲਿਕ ਨਹੀਂ ਹੋਣਾ ਚਾਹੀਦਾ। ਇਹਦੇ ਤੇ ਜਿਨ੍ਹਾਂ ਲੋਕਾਂ ਦੀ ਸਿਕਿਉਰਿਟੀ ਘਟਾਈ ਸੀ ਉਹਨਾਂ ਦੀ ਸਿਕਿਉਰਿਟੀ ਮੇਨਟੇਨ ਰਹਿਣ ਵਾਸਤੇ ਕਹਿ ਦਿੱਤਾ ਹੈ ਕਿ ਇੱਕ ਗਨਮੈਨ ਸਾਰਿਆਂ ਦੇ ਕੋਲੇ ਰੱਖਣਾ ਚਾਹੀਦਾ ਹੈ, ਔਰ ਉਸ ਤੋਂ ਬਾਅਦ ਅਸੀਂ ਦੇਖਾਂਗੇ। ਕੁੱਲ 45 ਕੁ ਬੰਦਿਆਂ ਨੇ ਚੁਣੌਤੀ ਦਿੱਤੀ ਸੀ। ਜੀ ਜਿਨ੍ਹਾਂ 45 ਬੰਦਿਆਂ ਨੇ ਚੁਣੌਤੀ ਦਿੱਤੀ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਜਿਹੜੇ ਹੈਗੇ ਆ ਉਹ ਹੈ ਮਿਸਟਰ ਓਮ ਪ੍ਰਕਾਸ਼ ਸੋਨੀ, ਜੀ ਓਪੀ ਸੋਨੀ, ਜਿਹੜੇ ਡਿਪਟੀ ਮੁੱਖ ਮੰਤਰੀ ਹੁੰਦੇ ਸੀ। ਓਪੀ ਸੋਨੀ ਦੀ ਪਹਿਲਾਂ ਵੀ ਇੱਕ ਵਾਰੀ ਸਿਕਿਉਰਿਟੀ ਜਿਹੜੀ ਹੈ ਵਿਡਰਾ ਕਰ ਲਈ ਸੀ ਅਕਾਲੀ ਸਰਕਾਰ ਨੇ। ਜੀ ਉਦੋਂ ਵੀ ਉਹ ਬੰਦਾ ਹਾਈ ਕੋਰਟ ਦੇ ਵਿੱਚ ਗਿਆ ਸੀ ਤੇ ਹਾਈ ਕੋਰਟ ਦੇ ਵਿੱਚ ਜਾ ਕੇ ਉਹਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਸੀ ਕਿ ਮੇਰੇ ਤੇ ਕਿੰਨੇ ਵਾਰੀ ਹਮਲੇ ਹੋਏ ਹੈ, ਜੀ ਮੇਰੇ ਘਰ ਦੇ ਕੋਲੇ ਕਿੰਨੇ ਵਾਰੀ ਫਾਇਰਿੰਗ ਕੀਤੀ ਗਈ ਹੈ, ਮੇਰੀ ਜਿਹੜੀ ਹੈ ਸਿਕਿਉਰਿਟੀ ਘਟਾਈ ਹੈ, ਮੇਰੇ ਨਾਲ ਇੱਕ ਧੱਕਾ ਹੈ। ਜੀ ਤੇ ਮਾਣਯੋਗ ਹਾਈ ਕੋਰਟ ਨੇ ਉਸ ਵੇਲੇ ਕਹਿ ਦਿੱਤਾ ਸੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਤੇ ਐਸਐਸਪੀ ਨੂੰ ਜਾਂ ਜੋ ਵੀ ਪੁਲਿਸ ਕਮਿਸ਼ਨਰ ਸੀ ਕਿ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਇਹਨੂੰ ਚੈੱਕ ਕਰੋ। ਜੀ। ਉਹਨਾਂ ਨੇ ਰਿਵਿਊ ਕਰਕੇ ਤੇ ਦੁਬਾਰਾ ਉਹਦੀ ਸਿਕਿਉਰਿਟੀ ਫਿਰ ਬਹਾਲ ਕਰਤੀ ਸੀ। ਅਕਾਲੀ ਭਾਜਪਾ ਸਰਕਾਰ ਦੌਰਾਨ ਵੀ ਉਹਦੇ ਕੋਲ ਸਿਕਿਉਰਿਟੀ ਪੂਰੀ ਰਹੀ। ਫਿਰ ਉਹ ਮਿਨਿਸਟਰ ਬਣ ਗਿਆ ਸੀ, ਸਿਕਿਉਰਿਟੀ ਫਿਰ ਵੀ ਰਹੀ। ਡਿਪਟੀ ਮੁੱਖ ਮੰਤਰੀ ਬਣ ਗਿਆ ਸੀ, ਸਿਕਿਉਰਿਟੀ ਉਹਦੇ ਕੋਲ ਜੈਡ ਕਰਤੀ। ਜਦੋਂ 424 ਬੰਦਿਆਂ ਦੀ ਸਿਕਿਉਰਿਟੀ ਘਟਾਈ ਹੈ ਉਦੋਂ ਉਹਦਾ ਵੀ ਸਿਕਿਉਰਿਟੀ ਦਾ ਜਿਹੜਾ ਹੈਗਾ ਪੱਧਰ ਘਟਾਤਾ ਸੀ। ਜੀ ਕਿਉਂਕਿ ਡਿਪਟੀ ਮੁੱਖ ਮੰਤਰੀ ਵਾਲਾ ਉਹਦੇ ਕੋਲ ਰਹਿ ਨਹੀਂ ਦਿੱਤਾ ਸੀ ਤੇ ਫਿਰ ਉਹਨੇ ਇਹ ਸਵਾਲ ਵੀ ਉਠਾਇਆ ਸੀ ਕਿ ਮੇਰੇ ਤੇ ਪਹਿਲਾਂ ਅਟੈਕ ਹੁੰਦੇ ਰਹੇ, ਮੇਰੀ ਜਾਨ ਖਤਰੇ 'ਚ ਹੈ। ਜੀ ਜੇ ਤੁਸੀਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਜੀ ਜਿਹੜੀ ਹੈਗੀ ਹੈ ਫੁੱਲ ਫਲਾਈਡ ਸਿਕਿਉਰਿਟੀ ਦਿੰਦੇ ਹੋ ਤਾਂ ਮੇਰੀ ਸਿਕਿਉਰਿਟੀ ਕਿਉਂ ਘਟਾਉਂਦੇ ਹੋ? ਇਹ ਮਾਮਲਾ ਗਿਆ ਸੀ। ਕਈ ਅਕਾਲੀ ਲੀਡਰ ਜਿਵੇਂ ਮਹਿੰਦਰ ਕੌਰ ਜੋਸ਼ ਵੀ ਆ ਗਏ, ਕੁਝ ਹੋਰ ਵੀ ਆ ਗਏ, ਉਹਨਾਂ ਸਾਰਿਆਂ ਨੇ ਪਟੀਸ਼ਨਾਂ ਪਾਈਆਂ ਸੀ। 45 ਪਟੀਸ਼ਨਾਂ ਸੀ। ਇਹਨਾਂ 45 ਪਟੀਸ਼ਨਾਂ ਦੇ ਵਿੱਚੋਂ ਇੱਕ ਗੱਲ ਇਹ ਨਿਕਲੀ ਕਿ ਜਦੋਂ ਸਿਕਿਉਰਿਟੀ ਘਟਾਉਣ ਦਾ ਫੈਸਲਾ ਕੀਤਾ ਤੇ ਉਹ ਫੈਸਲਾ ਕੀਤਾ ਸੀ ਕਿਉਂਕਿ ਪਹਿਲਾਂ ਤਾਂ ਸ਼ੁਰੂ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਇਹਨਾਂ ਨੇ ਸਿਕਿਉਰਿਟੀ ਤੇ ਕੱਟ ਲਾਤੀ ਸੀ, ਇਹ ਕਹਿ ਕੇ ਅਸੀਂ ਵੀਆਈਪੀ ਕਲਚਰ ਖਤਮ ਕਰ ਰਹੇ। ਜੀ ਉਦੋਂ ਵੀਆਈਪੀ ਕਲਚਰ ਕੀਤਾ ਸੀ। ਫਿਰ ਮਈ ਮਹੀਨੇ ਦੇ ਵਿੱਚ ਜਿਹੜੀ ਸਿਕਿਉਰਿਟੀ ਘਟਾਈ ਸੀ ਉਹਦੇ ਵਾਸਤੇ ਜਾਂ ਜਿਨ੍ਹਾਂ ਦੀ ਵਾਪਸ ਲਈ ਸੀ ਉਹਦੇ ਵਾਸਤੇ ਬਹਾਨਾ ਇਹ ਸੀ ਜੀ ਕਿ ਘੱਲੂਘਾਰਾ ਸਪਤਾਹ ਆ ਗਿਆ, ਉਸ ਹਫਤੇ ਦੇ ਲਈ ਚੌਕਸੀ ਦੀ ਬਹੁਤ ਲੋੜ ਹੈ, ਇਸ ਕਰਕੇ ਸਾਰਿਆਂ ਤੋਂ ਥੋੜੀ ਥੋੜੀ ਸੀ ਫੋਰਸ ਬਡਰਾ ਕਰਕੇ ਜੀ ਉਹ ਫੋਰਸ ਨੂੰ ਲਾ ਐਂਡ ਆਰਡਰ ਦੀ ਡਿਊਟੀ ਤੇ ਲਾਉਣਾ ਹੈ। ਦਾਨੇ ਵਾਲੀ ਸਾਹਿਬ ਮੇਰੇ ਖਿਆਲ ਮੁਤਾਬਕ ਆ ਜਿਹੜਾ ਘੱਲੂਘਾਰੇ ਸਪਤਾਹ ਦੇ ਨਾਂ ਦੇ ਉੱਤੇ ਸੋ ਕਾਲਡ ਸਿਕਿਉਰਿਟੀ ਦੇ ਪ੍ਰਬੰਧ ਕਰਦੇ ਬੇਲੋੜੇ ਕਿਉਂਕਿ ਆਪਾਂ ਨੂੰ ਪਤਾ 1984 ਚ ਜੋ ਕੁਝ ਹੋਇਆ ਉਹ ਤੋਂ ਬਾਅਦ ਪੰਜਾਬ ਦੇ ਵਿੱਚ ਕਦੇ ਚਿੜੀ ਵੀ ਨਹੀਂ ਫੜਕੀ ਬਿਲਕੁਲ। ਪਰ ਉਸ ਮੌਕੇ ਦੇ ਉੱਤੇ ਆ ਕੇ ਇੱਕ ਤਾਂ ਵੈਸੀ ਪੰਜਾਬ ਦੇ ਜਿੰਨੇ ਵੀ ਇਨਸਾਫ ਪਸੰਦ ਲੋਕ ਹੈ ਉਹ ਸਿੱਖ ਭਾਵੇਂ ਨਾ ਵੀ ਹੁਣ ਹਿੰਦੂ ਭਾਈਚਾਰੇ ਦੇ ਵੀ ਹੋਣ, ਉਹ ਵੀ ਇਸ ਗੱਲ ਦੇ ਉੱਤੇ ਦੁਖੀ ਹੁੰਦੇ ਆ ਕਿ ਹਰਮੰਦਰ ਸਾਹਿਬ ਦੇ ਵਿੱਚ ਜਿਹੜੇ ਟੈਂਕ ਚੜੇ ਸੀ, ਫੌਜਾਂ ਚੜ੍ਹੀਆਂ ਸੀ, ਉਹ ਗਲਤ ਸੀ। ਉਹ ਬਿਲਕੁਲ ਉਸੇ ਤਰੀਕੇ ਨਾਲ ਅਫਸੋਸ ਮਨਾਉਂਦੇ ਹੈ ਜਿਵੇਂ ਆਪਾਂ ਫਤਿਹਗੜ੍ਹ ਸਾਹਿਬ ਦੇ ਜੋੜ ਮੇਲੇ ਦੇ ਦੌਰਾਨ ਜੋ ਛੋਟੇ ਤੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਹੈ ਉਹ ਮੈਂ ਮਨਾਉਂਦੇ ਰਹੇ, ਸਾਰੇ ਲੋਕ ਆਪਾਂ ਬੈਠ ਕੇ ਉਹ ਕਰਦੇ। ਉਹ ਸਾਡਾ ਪਛਤਾਵੇ ਦਾ, ਸਾਡਾ ਪਛਤਾਤਾਪ ਕਰਨ ਦਾ ਜਾਂ ਅਸੀਂ ਅਫਸੋਸ ਪ੍ਰਗਟ ਕਰਦੇ ਹਾਂ। ਉਦੋਂ ਕਿਸੇ ਨੇ ਕੀ ਕਰ ਰਹੇ ਉਹਦੇ ਵਾਸਤੇ ਤੁਸੀਂ ਐਨ ਚੌਕ ਪੂਰੇ ਮਤਲਬ ਜਿਹੜੇ ਹੈਗੇ ਪ੍ਰਬੰਧ ਕਰਦੇ ਚੌਕ ਚਬੰਦ ਜੀ ਆਹ ਦੇਖੋ ਜੀ ਅਸੀਂ ਇੱਥੇ ਕਰੀ ਜਾਂਦੇ ਆਪਣਾ ਨਾਕੇ ਲਾ ਲਏ, ਫਲਾਨਾ ਲਾ ਲਿਆ, ਧਮਕਾ ਲਾ ਲਿਆ, ਬਹੁਤ ਕੁਝ ਕਰੀ। ਬਿਲਕੁਲ ਹੁਣ ਜਿਹੜੀ ਇਹ ਸਿਕਿਉਰਿਟੀ ਜਦੋਂ ਘਟਾਈ ਸੀ ਇਹ ਸਿਕਿਉਰਿਟੀ ਘਟਾਉਣ ਦੀ ਨਾਲ ਦੀ ਨਾਲ ਹੀ ਅਖਬਾਰਾਂ ਦੇ ਵਿੱਚ ਜਿਹੜੀਆਂ ਖਬਰਾਂ ਲੱਗ ਗਈਆਂ ਸੀ ਜੀ, ਔਰ ਉਹ ਖਬਰਾਂ ਜਿਹੜੀਆਂ ਲੱਗੀਆਂ ਉਹਦੇ ਵਿੱਚ ਇੱਕ ਸਿੱਧੂ ਮੂਸੇਵਾਲੇ ਦਾ ਨਾਮ ਵੀ ਆ ਗਿਆ ਸੀ। ਹੁਣ ਜਾਣਕਾਰੀ ਜਿਹੜੀ ਬਾਹਰ ਪੁਣ ਛਣ ਕੇ ਆ ਰਹੀ ਹੈ ਕਿ ਅਸਲ ਦੇ ਵਿੱਚ ਜਿਹੜੀ ਉਹ ਖਬਰ ਲੀਕ ਹੋਈ ਸੀ ਅਖਬਾਰਾਂ ਦੇ ਲਈ, ਉਹ ਇਹਨਾਂ ਦੀ ਜਿਹੜੀ ਆਈਟੀ ਸੈੱਲ ਹੈ ਜਿਹੜੀ ਦਿੱਲੀ ਤੋਂ ਇਹਨਾਂ ਦੀ ਇੱਕ ਟੀਮ ਆਈ ਹੋਈ ਹੈ ਜੀ, ਉਸ ਟੀਮ ਦੇ ਵਿੱਚ ਇੱਕ ਲੜਕੀ ਕੰਮ ਕਰਦੀ ਹੈ। ਉਸ ਲੜਕੀ ਦਾ ਨਾਮ ਉੱਭਰ ਕੇ ਸਾਹਮਣੇ ਆਇਆ ਸੀ ਕਿ ਇਹ ਜਿਹੜੀ ਹੈਗੀ ਸਿਕਿਉਰਿਟੀ ਵਾਲੀ ਖਬਰ ਉਹਨੇ ਲੀਕ ਕੀਤੀ ਹੈ। ਦੂਜੇ ਪਾਸੇ ਇਹ ਗੱਲ ਆ ਗਈ ਸੀ ਕਿ ਭਗਵੰਤ ਸਿੰਘ ਮਾਨ ਦਾ ਜਿਹੜਾ ਸੋਸ਼ਲ ਮੀਡੀਆ ਪੇਜ ਹੈ ਉਹਦੇ ਤੇ ਵੀ ਇਹ ਗੱਲ ਆ ਗਈ ਸੀ। ਹੁਣ ਮੁੱਖ ਮੰਤਰੀ ਦਾ ਸੋਸ਼ਲ ਮੀਡੀਆ ਪੇਜ ਆਪਣਾ ਮੀਡੀਆ ਪੇਜ ਹੈ। ਪਹਿਲੀ ਗੱਲ ਤਾਂ ਕਿ ਮੁੱਖ ਮੰਤਰੀ ਦਾ ਉਹਦਾ ਬੜਾ ਜ਼ਿੰਮੇਵਾਰ ਹਰ ਬੰਦਾ ਨਹੀਂ ਉਹਨੂੰ ਮੈਨੇਜ ਕਰਨਾ ਚਾਹੀਦਾ, ਲੀਕ ਨਹੀਂ ਹੋਣਾ ਚਾਹੀਦਾ। ਭਗਵੰਤ ਸਿੰਘ ਮਾਨ ਮੇਰੇ ਖਿਆਲ ਮੁਤਾਬਕ ਵੀ ਆਪਣਾ ਜਿਹੜਾ ਹੈਗਾ ਉਹ ਪੇਜ ਪਹਿਲਾਂ ਤਾਂ ਹੋਰ ਮੈਨੇਜ ਕਰਦੇ ਸੀ ਕਿ ਮੇਰੀ ਪਹਿਲਾਂ ਗੱਲ ਹੁੰਦੀ ਰਹੀ ਹੈ ਸਰਕਾਰ ਤੋਂ ਪਹਿਲਾਂ ਕਈ ਵਾਰੀ, ਤੇ ਪਰ ਹੁਣ ਨਹੀਂ ਪਤਾ ਵੀ ਕੌਣ ਕਿੱਥੇ। ਉਹ ਤਾਂ ਮੈਨੂੰ ਲੱਗਦਾ ਦਿੱਲੀ ਵਾਲਿਆਂ ਦਾ ਟੀਮ ਕੋਲ ਹੀ ਗਿਆ, ਸ਼ਾਇਦ ਉਹ ਦਿੱਲੀ ਵਾਲਿਆਂ ਦਾ ਹੋਣਾ ਕਿਉਂਕਿ ਉਹਦੇ ਚ ਜ਼ਿਆਦਾਤਰ ਤੁਸੀਂ ਦੇਖੋ ਵੀ ਬਹੁਤੀ ਵਾਰੀ ਜਿਹੜੀ ਹੈ ਟਵੀਟ ਹੁੰਦੇ ਆ ਉਹ ਬੜੇ ਗਲਤ ਪੰਜਾਬੀ ਚ ਲਿਖੇ, ਉਹ ਹਿੰਦੀ ਚ ਵੀ ਹੁੰਦੇ। ਖੈਰ ਉਹ ਗੱਲ ਜਿਹੜੀ ਹੋਈ ਕੀਤੀ। ਫਿਰ ਅਗਲੀ ਗੱਲ ਦੇਖੋ ਤੁਸੀਂ ਕਿ ਜਦੋਂ ਸਿੱਧੂ ਮੂਸੇਵਾਲੇ ਦਾ ਮਰਡਰ ਹੁੰਦਾ ਹੈ ਜੀ, ਮਰਡਰ ਤੋਂ ਬਾਅਦ ਜਿਹੜੀ ਤਫਤੀਸ਼ ਹੁੰਦੀ ਹੈ ਪੁਲਿਸ ਦੀ, ਤੇ ਉਹ ਤਫਤੀਸ਼ ਦੇ ਵਿੱਚ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਜੀ
ਕਿ ਗੋਲਡੀ ਬਰਾੜ ਨੇ ਆਪਣੇ ਜਿਹੜੇ ਉਹਦੇ ਸੀਗੇ ਸ਼ੂਟਰ ਉਹਨੂੰ ਇਹ ਗੱਲ ਕਹੀ ਹੈ ਕਿ ਉਹ ਬੰਦੇ ਦੀ ਸਿਕਿਉਰਿਟੀ ਘਟਾਤੀ ਹੈ ਸਿੱਧੂ ਮੂਸੇਵਾਲੇ ਦੀ ਜੀ ਕਿਤੇ ਸਿਕਿਉਰਿਟੀ ਦੁਬਾਰਾ ਨਾ ਅਪ ਹੋ ਜੇ। ਇਹ ਜਿਹੜਾ ਕੰਮ ਇਹ ਤੋਂ ਕਰਨਾ ਪਹਿਲਾਂ ਹੀ ਤੁਸੀਂ ਕੰਮ ਅੱਜ ਹੀ ਕਰਦੇ ਅੱਜ ਹੀ ਕਰਦੇ। ਜਦੋਂ ਸਿਕਿਉਰਿਟੀ ਘਟਾਈ ਹੈ ਤੇ ਵਿਦਿਨ 48 ਆਵਰਸ 48 ਘੰਟਿਆਂ ਤੋਂ ਘੱਟ ਸਮੇਂ ਦੇ ਵਿੱਚ ਉਹ ਬੰਦੇ ਦਾ ਕਤਲ ਹੋ ਕਤਲ ਹੋ ਗਿਆ। ਜਾਂਦਾ। ਸ਼ੁਰੂ ਦੇ ਵਿੱਚ ਤੁਸੀਂ ਦੇਖੋ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਗੱਲ ਦੇ ਉੱਤੇ ਵੀ ਇਤਰਾਜ਼ ਕੀਤਾ ਸੀ ਕਿ ਇਹ ਗੱਲ ਲੀਕ ਕਿਵੇਂ ਹੋ ਗਈ। ਲੀਕ ਕਿਵੇਂ ਹੋ ਗਈ? ਉਹਨਾਂ ਨੇ ਪੁੱਛਿਆ ਸੀ ਕਿ ਰਿਕਾਰਡ ਲੈ ਕੇ ਆਓ। ਇਹ ਰਿਕਾਰਡ ਕਿਵੇਂ, ਕਿਉਂਕਿ ਸਿਕਿਉਰਿਟੀ ਵਾਲਾ ਮਾਮਲਾ ਜਿਹੜਾ ਹੈਗਾ ਜੀ, ਜਦੋਂ ਸਿਕਿਉਰਿਟੀ ਵਾਲਾ ਡਾਕੂਮੈਂਟ ਹੈ ਜੀ ਉਹਦੇ ਉੱਤੇ ਲਿਖਿਆ ਹੁੰਦਾ ਸੀਕ੍ਰੇਟ ਕੌਨਫੀਡੈਂਸ਼ੀਅਲ ਐਂਡ ਸੀਕ੍ਰੇਟ। ਇਹ ਜਿਹੜਾ ਹੈਗਾ ਕੌਨਫੀਡੈਂਸ਼ੀਅਲ ਤੇ ਸੀਕ੍ਰੇਟ ਹੈ ਜਿਹੜਾ, ਉਹ ਲੀਕ ਕਿਵੇਂ ਹੋ ਗਿਆ? ਇਹੀ ਤਾਂ ਵੱਡੀ ਗੱਲ ਇਹ ਗੱਲ ਉਹਨਾਂ ਨੇ ਪੁੱਛੀ ਸੀ। ਪਰ ਹੁਣ ਮੈਨੂੰ ਅਫਸੋਸ ਹੈ ਇਸ ਗੱਲ ਦਾ ਹੈ, ਮਾਨਯੋਗ ਹਾਈ ਕੋਰਟ ਨੇ ਜੋ ਫੈਸਲਾ ਕਰਤਾ ਉਹ ਕਰਤਾ ਕਿ ਇਸ ਸਾਰੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਵੱਡੀ ਰਾਹਤ ਮਿਲ ਗਈ। ਅੱਛਾ ਜੀ। ਸਰਕਾਰ ਇਹ ਮਹਿਸੂਸ ਕਰਦੀ ਸੀ ਕਿ ਇਹਦੇ 'ਚ ਸ਼ਾਇਦ ਸਾਡੇ ਖਿਲਾਫ ਕੋਈ ਸਟਰਕਚਰ ਵਗੈਰਾ ਪਾਸ ਹੋ ਜਾਊਗਾ, ਕਿਉਂਕਿ ਜੇ ਮੁੱਖ ਮੰਤਰੀ ਦੇ ਪੇਜ ਤੋਂ ਇਹ ਗੱਲ ਲੀਕ ਹੁੰਦੀ ਹੈ ਕਿ ਇਹਦੀ ਸਿਕਿਉਰਿਟੀ ਘਟਾਤੀ ਤੇ ਇਹਦੀ ਸਿਕਿਉਰਿਟੀ ਇੰਨੀ ਘਟਾਤੀ, ਇੰਟਰੋਗੇਸ਼ਨ ਦੇ ਵਿੱਚ ਜਿਹੜੀ ਤੁਸੀਂ ਪੁਲਿਸ ਫਾਈਲ ਚੱਕ ਕੇ ਦੇਖੋ ਉਹਦੇ ਵਿੱਚ ਇਹ ਗੱਲ ਆ ਗਈ ਕਿ ਗੋਲਡੀ ਬਰਾੜ ਨੇ ਕਿਹਾ ਜੀ ਅੱਜ ਹੀ ਕਰੋ ਖਤਮ, ਨਹੀਂ ਤਾਂ ਫਿਰ ਗੱਲ ਵਿਗੜ ਜਾਣੀ, ਗੱਲ ਹੋਣੀ ਨਹੀਂ ਗੀ। ਇਹ ਜੇ ਆ ਗਈ ਤੇ ਦਾ ਮਤਲਬ ਹੈ ਕਿ ਜੇ ਖਬਰ ਲੀਕ ਹੋਈ ਤਾਂ ਫਿਰ ਹੀ ਇਹ ਸਾਰਾ ਕੁਝ ਹੋਇਆ। ਉਹਦੇ ਤੇ ਹੁਣ ਜਦੋਂ ਸਿੱਧੂ ਮੂਸੇਵਾਲੇ ਦੇ ਮਾਮਲੇ ਦਾ ਜ਼ਿਕਰ ਹੀ ਨਾ ਆਉਣਾ ਫੈਸਲੇ 'ਚ ਜੀ, ਇਹ ਆਪਣੇ ਆਪ ਦੇ ਵਿੱਚ ਚਿੰਤਾਜਨਕ ਹੈ। ਦੇਖੋ ਗੱਲ ਇਹ ਹੈ ਕਿ ਉਹਦੇ ਮਾਪਿਆਂ ਨੇ ਕੋਈ ਪਟੀਸ਼ਨ ਨਹੀਂ ਪਾਈ, ਉਹਦੇ ਕਿਸੇ ਫਾਲੋਅਰ ਨੇ ਕੋਈ ਪਟੀਸ਼ਨ ਨਹੀਂ ਪਾਈ, ਪਰ ਅਦਾਲਤਾਂ ਬਹੁਤੇ ਵਾਰੀ ਇਹੋ ਜਿਹੇ ਮਾਮਲਿਆਂ 'ਚ ਜਿਹੜੇ ਬਹੁਤ ਚਰਚਿਤ ਮਾਮਲੇ ਹੁੰਦੇ ਆ ਉਹਦਾ ਸਬੈ ਨੋਟਿਸ ਲੈ ਲੈਂਦੇ ਆ ਜੀ, ਸੂਓ ਮੋਟੋ ਨੋਟਿਸ ਲੈ ਲੈਂਦੇ ਆ। ਤੇ ਜਦੋਂ ਉਹਨਾਂ ਤੋਂ ਇਹ ਗੱਲ ਪਹਿਲਾਂ ਹੀ ਪੁੱਛ ਲਿਆ ਸੀ ਕਿ ਜੇ ਤੁਸੀਂ ਜਵਾਬ ਦਿਓ ਤੇ ਜਵਾਬ ਸਰਕਾਰ ਨੇ ਫਾਈਲ ਕਰਤਾ ਜੀ, ਉਹਦਾ ਨਿਪਟਾਰਾ ਕਰਦੇ ਫਿਰ ਉੱਥੇ ਕੁਝ ਗੱਲ ਤਾਂ ਹੋਣੀ ਚਾਹੀਦੀ ਸੀ ਨਾ ਕਿ ਹਾਂ ਭਾਈ ਇਹਦੇ 'ਚ ਕੋਈ ਗਲਤੀ ਹੋਈ ਹੈ। ਇਹਨੂੰ ਆਪਾਂ ਗਲਤੀ ਨਹੀਂ ਕਵਾਂਗੇ, ਇਹਨੂੰ ਕਵਾਂਗੇ ਮੁਜਰਮਾਨਾ ਕੁਤਾਹੀ, ਕਿਉਂਕਿ ਇਹ ਕੁਤਾਹੀ ਕੀਤੀ ਹੈ ਕਿਸਮ ਦੀ ਉਹ ਜਿਹੜੀ ਸੀਕ੍ਰੇਸੀ ਹੈ ਲੀਕ ਕਰਕੇ ਜੀ। ਇਹ ਜਿਹੜੀ ਗੱਲ ਨਹੀਂ ਆਉਣੀ, ਇਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਦਿਲ ਟੁੱਟੇ ਹੈ। ਔਰ ਜਿਵੇਂ ਕਿ ਹੁਣ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਖਬਰਾਂ ਆ ਗਈਆਂ, ਸਿੱਧੂ ਮੂਸੇਵਾਲੇ ਦੇ ਮਾਂ-ਬਾਪ ਨੇ ਇੱਕ ਇਕੱਠ ਦੇ ਵਿੱਚ ਬੋਲਦਿਆਂ ਗੱਲ ਕਹੀ ਸੀ ਜੀ ਵੀ ਜੇ ਹੁਣ ਸਰਕਾਰ ਨੇ ਤਾਂ ਕੁਝ ਕਰਨਾ ਨਹੀਂ ਜੀ, ਕਿਉਂਕਿ ਇਸ ਕਤਲ ਦੇ ਪਿੱਛੇ ਬੰਦੇ ਜਿਹੜੇ ਕਤਲ ਕਰਨ ਵਾਲੇ ਹੱਥ ਹੋ ਰਹੇ ਲੇਕਿਨ ਦਿਮਾਗ ਪਿੱਛੇ ਹੋ ਰਹੇ ਜੀ। ਜਿੰਨੀ ਦੇਰ ਤੱਕ ਉਹਨਾਂ ਨੂੰ ਸਜ਼ਾਵਾਂ ਨਹੀਂ ਦਿੰਦੇ ਸਾਡੀ ਤਸੱਲੀ ਨਹੀਂ ਹੁੰਦੀ। ਤੇ ਉਹਨਾਂ ਨੇ ਉਹਨਾਂ ਦੇ ਜਿਹੜੇ ਫੈਨ ਫਾਲੋਅਰਸ ਹੈ ਉਹਨਾਂ ਨੂੰ ਕਿਹਾ ਵੀ ਭਾਈ ਹੁਣ ਆਪਾਂ ਆਪਣੇ ਪੱਧਰ ਤੇ ਕੁਛ ਨਾ ਕੁਛ ਕਰੀਏ। ਪਹਿਲਾ ਸੱਦਾ ਦਿੱਤਾ ਉਹਨਾਂ ਨੇ ਕਿ ਆਪੋ ਆਪਣੇ ਪਿੰਡਾਂ ਦੇ ਵਿੱਚ ਜਿਹੜਾ ਕੈਂਡਲ ਮਾਰਚ ਕੱਢੋ ਜੀ। ਫਿਰ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਆ ਗਏ ਭਾਈ ਠੀਕ ਹੈ, ਨਹੀਂ ਤਾਂ ਅਸੀਂ ਦੋਨੇ ਮੀਆਂ ਬੀਬੀ ਜਿਹੜਾ ਇਹਦੇ ਤੇ ਬੈਠਾਂਗੇ ਜੀ। ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਉਹਨਾਂ ਨੂੰ ਥੋੜਾ ਜਿਹਾ ਕੰਟਰੋਲ ਕਰਨ ਦੀ। ਵੈਸੇ ਆਪਣੇ ਡਾਕਟਰ ਸੁਖਚੈਨ ਸਿੰਘ ਗਿੱਲ ਹੁਣੀ IG ਹੈ ਪੰਜਾਬ ਪੁਲਿਸ ਵਿੱਚ, ਸਪੋਕਸ ਪਰਸਨ ਵੀ ਹੈ ਜੀ। ਉਹਨਾਂ ਦੀ ਇੰਟਰਵਿਊ ਵੀ ਮੈਂ ਸੁਣ ਰਿਹਾ ਸੀ, ਉਹਨਾਂ ਨੇ ਕਿਹਾ ਸੀ ਵੀ ਆਲਮੋਸਟ ਅਸੀਂ ਜਿਹੜਾ ਕੇਸ ਮੁਕੰਮਲ ਕਰ ਲਿਆ, ਇੱਕ ਅੱਧਾ ਬੰਦਾ ਰਹਿ ਗਿਆ, ਬਾਕੀ ਸਾਰੇ ਬੰਦੇ ਫੜ ਲਏ। ਜਿਹੜੇ ਸ਼ੱਕ ਸ਼ੁਬੇ ਦੇ ਮਾਪਿਆਂ ਨੇ ਜ਼ਾਹਰ ਕੀਤੇ ਅਸੀਂ ਉਹਨਾਂ ਤੇ ਵੀ ਕੰਮ ਕਰਨ ਨੂੰ ਤਿਆਰ ਹਾਂ ਔਰ ਕੰਮ ਕਰਾਂਗੇ, ਉਹ ਆਪਦੀ ਥਾਂ ਦਿੱਤੀ ਹੈ। ਪਰ ਜਿਹੜਾ ਹਾਈ ਕੋਰਟ ਵੱਲੋਂ ਇਹਦਾ ਜ਼ਿਕਰ ਨਾ ਹੋਣਾ, ਇਹ ਜਿਹੜਾ ਥੋੜਾ ਜਿਹਾ ਸੱਟ ਤਾਂ ਲੱਗਦੀ ਹੈ ਕਿ ਯਾਰ ਘੱਟੋ ਘੱਟ ਇਹ ਗੱਲ ਆਉਣੀ ਚਾਹੀਦੀ ਸੀ। ਇਹ ਆਉਣੀ ਚਾਹੀਦੀ ਸੀ, ਇਹ ਨਹੀਂ ਅਸੀਂ ਕਹਿੰਦੇ ਕਿਸੇ ਨੂੰ ਫਾਹੇ ਲਾ ਦਿਓ, ਘੱਟੋ ਘੱਟ ਗੱਲ ਔਨ ਰਿਕਾਰਡ ਤਾਂ ਆਉਣੀ ਚਾਹੀਦੀ ਸੀ ਕਿ ਗਲਤੀ ਹੋਈ ਹੈ ਜੀ। ਤੇ ਢਿੱਲੋਂ ਸਾਹਿਬ ਫਿਰ ਕੇਂਦਰੀ ਮੰਤਰੀ ਜਿਹੜਾ ਅਜੇ ਮਿਸ਼ਰਾ ਹੈ ਉਹਦੀ ਰੜਕ ਅਜੇ ਮੱਠੀ ਨਹੀਂ ਹੋਈ। ਮੱਠੀ ਕੀ ਹੋਣੀ ਸੀ ਜੀ, ਮੈਨੂੰ ਇਹ ਲੱਗਦੀ ਵੀ ਦਿਨੋਂ ਦਿਨ ਰੜਕ ਉਹਦੀ ਵੱਧਦੀ ਜਾਂਦੀ ਹੈ। ਇੱਕ ਤਾਂ ਬੰਦਾ ਜਦੋਂ ਇਹ ਪਤਾ ਹੋਵੇ ਕਿ ਮੈਂ ਜ਼ੋਰ ਪੂਰਾ ਲਾਇਆ ਜੀ, ਮਹਿਕਮਾ ਪੁਲਿਸ ਦਾ ਮੈਂ ਵਜ਼ੀਰਾਂ ਕੇਂਦਰ ਦੇ ਵਿੱਚ, ਬਾਵਜੂਦ ਇਸ ਦੇ ਨਾ ਕਿਸਾਨਾਂ ਨੇ ਜੱਟਾਂ ਨੇ ਜਿਹੜੇ ਅਨਾਜ ਪੈਦਾ ਕਰਨ ਵਾਲੇ ਬੰਦੇ ਆ, ਭੁੱਖੇ ਨੰਗੇ ਠਿੱਬੇ ਛਿੱਤਰਾਂ ਵਾਲੇ, ਸਿਰਾਂ ਤੇ ਪਟਕੇ ਲਪੇਟਣ ਵਾਲੇ, ਇਹਨਾਂ ਨੇ ਲੜਾਈ ਲੜੀ ਤੇ ਲੜਾਈ ਇੱਥੋਂ ਤੱਕ ਲੜੀ ਕਿ ਸੁਪਰੀਮ ਹਾਈ ਕੋਰਟ 'ਚੋਂ ਮੇਰੇ ਪੁੱਤ ਨੂੰ ਮਿਲ ਗਈ ਸੀ ਜ਼ਮਾਨਤ। ਤੇ ਇਹਨਾਂ ਬੰਦਿਆਂ ਨੇ ਸੁਪਰੀਮ ਕੋਰਟ ਦੇ ਵਿੱਚ ਵਕੀਲ ਵੀ ਖੜੇ ਕੀਤੇ ਤੇ ਜਾ ਕੇ ਮੇਰੇ ਪੁੱਤ ਨੂੰ ਅੰਦਰ ਫੇਰ ਕਰਵਾਤਾ। ਜੇ ਆਪਾਂ ਅਜੇ ਮਿਸ਼ਰਾ ਟੈਣੀ ਦੀ ਗੱਲ ਕਰੀਏ ਤੇ ਅਜੇ ਮਿਸ਼ਰਾ ਟੈਣੀ ਦੀ ਜ਼ੁਬਾਨ ਹੈ ਜਿਹੜੀ ਪਹਿਲੀ ਵਾਰ ਨਹੀਂ ਵਿਗੜੀ। ਇਹ ਤੋਂ ਪਹਿਲਾਂ ਵੀ ਤੁਹਾਡੇ ਯਾਦ ਹੋਣਾ ਜੋ ਕੁਛ ਲਖੀਮਪੁਰ ਖੀਰੀ ਦੇ ਵਿੱਚ ਹੋਇਆ ਵਾਪਰਿਆ ਸੀ ਜੀ, ਉਹ ਤੋਂ ਪਹਿਲਾਂ ਇਹਨੇ ਇੱਕ ਜਨਤਕ ਤੌਰ ਦੇ ਉੱਤੇ ਗੱਲ ਕਹੀ ਸੀ ਕਿ ਇੱਕ ਗੱਲ ਯਾਦ ਰੱਖੋ, ਪਾਰਲੀਮੈਂਟ ਦਾ ਮੈਂਬਰ ਤੇ ਵਜ਼ੀਰ ਬਣਨ ਤੋਂ ਪਹਿਲਾਂ ਮੇਰਾ ਪਿਛੋਕੜ ਕੀ ਸੀਗਾ। ਇਹਨੂੰ ਬਾਹੂਬਲੀ ਜਾਣਿਆ ਜਾਂਦਾ ਹੈ, ਮੁਕੱਦਮੇ ਵਗੈਰਾ ਤੇ ਦਰਜ ਹੋਏ ਸੀ ਕਿ ਫਿਰ ਮੈਨੂੰ ਸਮਝਾਉਣਾ ਆਉਂਦਾ ਹੈ, ਜਾਂ ਤਾਂ ਬੰਦੇ ਦੇ ਪੁੱਤ ਬਣ ਜਾਓ ਨਹੀਂ ਮੈਂ ਸਮਝਾ ਦੂੰਗਾ। ਕਿਸਾਨਾਂ ਨੂੰ ਇਹ ਗੱਲ ਕਹੀ ਸੀ, ਕਿਸਾਨਾਂ ਨੂੰ ਉਤੇਜਿਤ ਕੀਤਾ, ਉਹਨਾਂ ਦੇ ਜਜ਼ਬਾਤਾਂ ਨੂੰ ਭੜਕਾਇਆ ਤੇ ਕਿਸਾਨਾਂ ਨੇ ਜਦੋਂ ਇਹਨੇ ਆਪਦੇ ਪਿੰਡ ਛਿੰਝ ਕਰਵਾਈ ਤੇ ਉਦੋਂ ਇਹਨੇ ਡਿਪਟੀ ਮੁੱਖ ਮੰਤਰੀ ਜਿਹੜੇ ਮਿਸਟਰ ਮੌਰੀਆ ਸੀ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਵੀ ਤੁਸੀਂ ਜਾਓ। ਕਿਸਾਨਾਂ ਨੇ ਇਹ ਕਹਿਤਾ ਵੀ ਯਾਰ ਜੇ ਇੰਨੀ ਅੜੀ ਹੈ
ਇਹ ਨਹੀਂ ਹੋ ਸਕਦਾ ਫਿਰ ਵੀ ਅਸੀਂ ਉਹਨੂੰ ਆਉਣ ਨਹੀਂ ਦੇਵਾਂਗੇ। ਆਉਣ ਨਹੀਂ ਦੇ। ਜਿੱਥੇ ਉਹਨੇ ਜਾ ਕੇ ਮਤਲਬ ਹੈਲੀਕਾਪਟਰ ਦੇ ਉੱਤੇ ਉਤਰਨਾ ਸੀ ਤੇ ਉਹ ਹੈਲੀਪੈਡ ਦੇ ਉੱਤੇ ਲੋਕਾਂ ਨੇ ਕਬਜ਼ਾ ਕਰ ਲਿਆ ਸੀ, ਹਾਂਜੀ ਬਹਿ ਗਏ ਸੀ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਨਫੋਰਮ ਕਰਤਾ ਤੇ ਉਹਨਾਂ ਨੇ ਆਪਦਾ ਉਹ ਫਿਰ ਬਾਅਦ ਦੇ ਵਿੱਚ ਮੁਲਤਵੀ ਕਰਤਾ ਸੀ ਪ੍ਰੋਗਰਾਮ। ਫਿਰ ਇਹਦੇ ਮੁੰਡੇ ਨੇ ਆਪਦੇ ਪਿਓ ਦੇ ਕਹੇ ਹੋਏ ਸ਼ਬਦਾਂ ਦੇ ਮੁਤਾਬਕ ਉਹਦੇ ਤੇ ਅਮਲ ਕਰਦਿਆਂ ਜੀ 4 ਕਿਸਾਨ, 1 ਪੱਤਰਕਾਰ, 5 ਤਾਂ ਇਸ ਇੱਕ ਪਾਸਿਓਂ ਮਾਰੇ ਗਏ ਸੀ, ਹੂੰ 3 ਜਿਹੜੇ ਆ ਬੀਜੇਪੀ ਦੇ ਬੰਦੇ ਉਹ ਵੀ ਮਾਰੇ ਗਏ ਸੀ। ਜੀ ਖੈਰ ਗੱਲਬਾਤ ਹੋਈ ਕੀਤੀ ਕਰੇ। ਕਿਸਾਨਾਂ ਦੀ ਕੀ ਡਿਮਾਂਡ ਸੀ ਕਿ ਅਜੇ ਮਿਸ਼ਰਾ ਟੈਨੀ ਨੂੰ ਕੇਂਦਰੀ ਮੰਤਰੀ ਮੰਡਲ ਚੋਂ ਕੱਢਿਆ ਜਾਵੇ, ਜੀ। ਨਹੀਂ ਕੱਢਿਆ। ਹੂੰ ਹੁਣ ਤੁਸੀਂ ਦੇਖੋ ਕੁਝ ਦਿਨ ਪਹਿਲਾਂ ਜੀ 72 ਘੰਟੇ ਕਿ 75 ਘੰਟਿਆਂ ਦਾ ਜਿਹੜਾ ਇੱਕ ਧਰਨਾ ਲਾਇਆ ਸੀ ਲਖੀਮਪੁਰ ਖੀਰੀ ਦੇ ਵਿੱਚ। ਹੂੰ ਉਹ ਧਰਨੇ ਦੇ ਰਾਹੀਂ ਮੰਗ ਕੀਤੀ ਸੀ ਕਿ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ, ਕੀਤੀ ਜਾਵੇ। 120 ਦੇ ਵਿੱਚ ਵੀ ਇਹਨੂੰ ਮੁਲਜ਼ਮ ਬਣਾਇਆ ਜਾਵੇ ਹੂੰ ਤੇ ਨਾਲ ਇਹਨੂੰ ਮੰਤਰੀ ਮੰਡਲ ਚੋਂ ਕੱਢਿਆ ਜਾਵੇ। ਜੀ ਇਹ ਇਸ ਵੇਲੇ ਅੱਗ ਬਬੂਲਾ ਹੋਇਆ ਪਿਆ। ਹੂੰ ਆ ਜਿਹੜੀ ਹੁਣ ਇਹਨੇ ਗੱਲ ਕਹੀ ਹੈ ਪਿਛਲੇ ਦਿਨਾਂ ਦੇ ਵਿੱਚ, ਉਸ ਧਰਨੇ ਤੋਂ ਬਾਅਦ ਇਹ ਆਪਣੇ ਹਲਕੇ ਦੇ ਲੋਕਾਂ ਦੇ ਵਿੱਚ ਬੈਠਾ ਹੈ। ਜੀ ਉਹ ਲੋਕ ਆ ਕੇ ਮਿਲਦੇ ਹੈ, ਉੱਥੇ ਬੋਲ ਰਿਹਾ ਹੈ। ਉਹ ਕਹਿੰਦਾ ਵੀ ਆ ਜਿਹੜਾ ਆਪਣਾ ਜਾਟ ਆਗੂ ਟਕੈਤ ਹੈ, ਹੈ। ਟਕੈਤ ਹੈ, ਕੇਸ ਟਕੈਤ, ਹੂੰ ਇਹ ਕੀ ਹੈ? ਕਹਿੰਦਾ ਦੋ ਕੌਡੀ ਦਾ ਬੰਦਾ ਹੈ। ਹੂੰ 2 ਵਾਰੀ ਕਹਿੰਦਾ ਨੇ ਚੋਣ ਲੜੀ ਤੇ ਦੋਨੇ ਵਾਰੀ ਦੀ ਜ਼ਮਾਨਤ ਜ਼ਬਤ ਹੋ ਗਈ। ਜੀ ਜ਼ਮਾਨਤ ਜ਼ਬਤ ਹੋਣਾ, ਚੋਣ ਜਿੱਤਣਾ ਨਾ ਜਿੱਤਣਾ ਇੱਕ ਵੱਖਰੀ ਗੱਲ ਹੈ, ਹੂੰ ਪਰ ਲੋਕਾਂ ਦਾ ਲੀਡਰ ਹੋਣਾ, ਲੋਕਾਂ ਦਾ ਹਰਮਨ ਪਿਆਰਾ ਹੋਣਾ ਉਹ ਉਹ ਇੱਕ ਵੱਖਰੀ ਗੱਲ ਹੈ। ਵੱਖਰੀ ਗੱਲ ਹੈ। ਅੱਜ ਕੱਲ ਜਿਹੜੀਆਂ ਵੋਟਾਂ ਪੈਂਦੀਆਂ, ਵੋਟਾਂ ਪੈਸੇ ਨਾਲ ਵੀ ਖਰੀਦੀਆਂ ਜਾਂਦੀਆਂ, ਹਾਂ ਇਹ ਨਸ਼ੇ ਪੱਤੇ ਨਾਲ ਵੀ ਖਰੀਦੀਆਂ ਸਾਰਾ ਕੁਛ ਜਾਂਦੀਆਂ, ਹੀ ਹੁੰਦਾ। ਪੋਲਰਾਈਜੇਸ਼ਨ ਵੀ ਕੀਤੀ ਜਾਂਦੀ ਹੈ। ਹੂੰ ਜਿਹੜੇ ਹੈਗੇ ਹਿੰਦੂ ਤੇ ਮੁਸਲਮਾਨ ਵੀ ਬਣਾਇਆ ਜਾਂਦਾ ਹੈ। ਜੇ ਆਪਾਂ ਦੇਖੀਏ ਤਾਂ ਉਸ ਇਲਾਕੇ ਦੇ ਵਿੱਚ ਹਿੰਦੂ ਤੇ ਮੁਸਲਮਾਨ ਵਾਲਾ ਗੱਲ ਕੀਤੀ ਹੈ। ਜੀ ਜਿਹੜੇ ਕਿਸਾਨ ਕਿਸੇ ਜ਼ਮਾਨੇ ਦੇ ਵਿੱਚ ਹਿੰਦੂ ਤੇ ਮੁਸਲਮਾਨ ਕਿਸਾਨ ਇਕੱਠੇ ਹੁੰਦੇ ਸੀ, ਹੂੰ ਜਾਟ ਤੇ ਮੁਸਲਮਾਨ ਇਕੱਠੇ ਹੁੰਦੇ ਸੀ, ਉਹਨਾਂ ਦੇ ਵਿੱਚ ਇਹਨਾਂ ਨੇ ਰਿਫਟ ਪਾਈ ਵੀ ਸੀ, ਜੀ ਉਹ ਆਪਦੀ ਥਾਂ ਤੇ ਹੈ। ਪਰ ਜੋ ਕੁਛ ਨੇ ਗੱਲ ਕਹੀ ਹੈ ਇਹਦੇ ਤੋਂ ਇਹ ਹੈ ਕਿ ਬੰਦੇ ਦਾ ਦਿਮਾਗ ਬਹੁਤ ਖਰਾਬ ਹੋਇਆ ਹੈ। ਹੂੰ ਰਕੇਸ਼ ਟਕੈਤ ਨੂੰ ਜਦੋਂ ਪੁੱਛਿਆ ਵੀ ਤੁਸੀਂ ਇਹਦੇ ਬਾਰੇ ਕੀ ਕਹੋਗੇ, ਤੇ ਉਸ ਬੰਦੇ ਨੇ ਬੜੀ ਸਿਆਣੀ ਗੱਲ ਕਹੀ। ਜੀ ਉਹ ਕਹਿੰਦਾ ਉਹਦੇ ਬਸ ਦਾ ਰੋਗ ਨਹੀਂ, ਹੂੰ ਉਹਦਾ ਪੁੱਤ ਜਿਹੜਾ ਹੈਗਾ ਜੇਲ੍ਹ ਦੇ ਵਿੱਚ ਅੱਡੀਆਂ ਰਗੜ ਰਿਹਾ ਹੈ। ਜੀ ਜਿਹਦਾ ਪੁੱਤ ਜੇਲ੍ਹ ਦੇ ਵਿੱਚ ਅੱਡੀਆਂ ਰਗੜਦਾ ਹੋਵੇ ਉਹ ਇਹੋ ਹੀ ਕੁਛ ਕਰਦਾ ਹੁੰਦਾ ਹੈ। ਹੂੰ ਮੈਨੂੰ ਕੋਈ ਗੱਲ ਨਹੀਂ, ਕਹਿੰਦਾ ਕੋਈ ਗੱਲ ਨਹੀਂ, ਅਸੀਂ ਲੜਾਈ ਪਹਿਲਾਂ ਵੀ ਲੜੀ ਹੈ, ਹੋਰ ਵੀ ਲੜੀ ਹੈ, ਲੜਾਂਗੇ। ਅਗਲੇ ਦਿਨਾਂ ਦੇ ਵਿੱਚ ਕਹਿੰਦਾ ਵੀ ਅਸੀਂ ਇੱਕ ਹੋਰ ਵੀ ਵੱਡਾ ਮੋਰਚਾ ਜਿਹੜਾ ਉਹ ਲਖੀਮਪੁਰ ਖੀਰੀ ਲਾਵਾਂਗੇ ਤੇ ਫਿਰ ਆਟੇ ਦਾਣੇ ਦਾ ਭਾਅ ਦੱਸਾਂਗੇ ਕਿ ਕੀ ਹੈ। ਹੂੰ ਔਰ 2024 ਦੇ ਵਿੱਚ ਚੋਣਾਂ ਆਉਣੀਆਂ ਜੀ ਲੋਕ ਸਭਾ ਦੀਆਂ। ਹਾਂਜੀ ਆ ਗਈ। ਮੇਰੇ ਖਿਆਲ ਮੁਤਾਬਕ ਵੀ ਉਹਨਾਂ ਚੋਣਾਂ ਦੇ ਵਾਸਤੇ ਪੜੋਲੇ ਨੇ ਪਹਿਲੇ ਹੀ ਆਪਦੀ ਆਪ ਬੰਨ ਲਿਆ ਆਪਦੇ ਖਿਲਾਫ, ਹੂੰ ਕਿਉਂਕਿ ਅੱਗੇ ਜਿਹੜੀ ਪਿਛਲੀ ਵਾਰੀ 2019 ਚੋਣਾਂ ਹੋਈਆਂ ਸੀ, ਜੀ 14 ਤੇ 19 ਵਾਲੀਆਂ ਚੋਣਾਂ 'ਚ ਪੋਲਰਾਈਜੇਸ਼ਨ ਕਰਤੀ ਸੀ। ਅੱਛਾ ਜੀ ਉਸ ਪੋਲਰਾਈਜੇਸ਼ਨ ਦਾ ਫਾਇਦਾ ਬੀਜੇਪੀ ਨੂੰ ਕਾਫੀ ਹੋਇਆ ਸੀ। ਹੁਣ ਉਹ ਪੋਲਰਾਈਜੇਸ਼ਨ ਨਹੀਂ ਹੋਣੀ, ਕਿਉਂਕਿ ਜਿਹੜੇ ਹੁਣ ਜਾਟ ਜਾਂ ਹਿੰਦੂ ਕਹਿ ਲਈਏ ਆਪਾਂ ਤੇ ਮੁਸਲਮਾਨ ਕਿਸਾਨ, ਉਹ ਸਾਰੇ ਇੱਕੋ ਪਲੇਟਫਾਰਮ ਤੇ ਇਕੱਠੇ ਹੈ। ਅਗਲੇ ਪਿਛਲੀ ਵਾਰੀ ਚੌਧਰੀ ਜਿਹੜਾ ਹੈਗਾ ਚਰਨ ਸਿੰਘ ਦਾ ਖਾਨਦਾਨ ਹੂੰ ਤੇ ਮੁਲਾਇਮ ਸਿੰਘ ਦਾ ਖਾਨਦਾਨ ਉਹ ਅਲੱਗ-ਅਲੱਗ ਹੋ ਗਏ ਸੀ। ਜੀ ਇਹਨਾਂ ਚੋਣਾਂ ਦੇ ਵਿੱਚ ਉਹਨਾਂ ਦੇ ਵਿੱਚ ਨੇੜਤਾ ਕਾਫੀ ਹੋਈ ਹੈ। ਜਯੰਤ ਚੌਧਰੀ ਜਿਹੜਾ ਹੈਗਾ ਚੌਧਰੀ ਅਜੀਤ ਸਿੰਘ ਦਾ ਬੇਟਾ, ਇਸ ਵੇਲੇ ਉਹ ਲੀਡਰ ਹੈ। ਔਰ ਜਦੋਂ ਵੀ ਕਿਤੇ ਕਿਸਾਨਾਂ ਤੇ ਕੋਈ ਐਸੀ ਵੈਸੀ ਗੱਲ ਹੁੰਦੀ ਹੈ ਤੇ ਉਹ ਬੰਦਾ ਮੂਰਲੀ ਕਿੱਲੀ ਜਾ ਕੇ ਜੁੜਦਾ ਹੈ, ਜੀ ਮੂਹਰੇ ਜਾ ਕੇ ਉਹ ਕੰਮ ਕਰਦਾ ਹੈ। ਮੇਰੇ ਖਿਆਲ ਮੁਤਾਬਕ ਹੈ ਵੀ ਐਤਕੀ ਅਜੇ ਮਿਸ਼ਰਾ ਟੈਨੀ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਨੀਆਂ ਬਹੁਤ ਮੁਸ਼ਕਿਲ ਹੋ ਜਾਣਗੀਆਂ ਤੇ ਉੱਤੇ ਬਲਦੀ ਦੇ ਉੱਤੇ ਉਹ ਆਪਦੀ ਆਪ ਹੀ ਤੇਲ ਪਾ ਰਿਹਾ ਜਦੋਂ ਇਹੋ ਜਿਹੀਆਂ ਸਟੇਟਮੈਂਟਾਂ ਦਿੰਦਾ ਹੈ। ਕਿਉਂਕਿ ਜਿਹੜੇ ਬੰਦੇ ਲੜਾਈ ਲੜ ਰਹੇ ਹੁੰਦੇ ਆ, ਲੜਾਈ ਲੜ ਰਹੇ ਬੰਦਿਆਂ ਨੂੰ ਉਤੇਜਿਤ ਕਰਨਾ, ਉਹਨਾਂ ਨੂੰ ਹੋਰ ਤਿੱਖੇ ਕਰਨਾ ਹੁੰਦਾ ਹੈ। ਬੰਦਾ ਗੁੱਸੇ ਦੇ ਵਿੱਚ ਆ ਕੇ, ਜੋਸ਼ ਦੇ ਵਿੱਚ ਆ ਕੇ ਨੁਕਸਾਨ ਫਿਰ ਜ਼ਿਆਦਾ ਕਰਦਾ ਹੈ। ਜੀ ਸੋ ਉਧਰ ਢਿੱਲੋਂ ਸਾਹਿਬ ਹੁਣੇ ਅਪਡੇਟ ਵੀ ਆ ਗਈ, ਕਹਿੰਦੇ ਆਪਣੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਹੈ ਇਹਦੇ ਵੀ ਤੁਹਾਨੂੰ ਪਤਾ ਫਰਨੀਚਰ ਦਾ ਬਹੁਤ ਰੌਲਾ ਪਿਆ ਸੀ ਜੀ, ਉਹਦੀ ਵੀ ਵਿਜੀਲੈਂਸ ਜਾਂਚ ਸ਼ੁਰੂ ਹੋ ਗਈ। ਵਾਹ 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 ਵਾਹ, ਠੀਕ ਹੈ ਠੀਕ ਹੈ। ਇੱਥੇ ਵੀ ਕਹਿੰਦੇ ਕਾਫੀ ਕੁਛ ਅੱਛਾ 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 ਅੱਛਾ, ਕੱਲਾ ਫਰਨੀਚਰ ਹੀ ਖਰੀਦਿਆ ਸੀ। ਫਰਨੀਚਰ ਹੀ ਖਰੀਦਿਆ ਹਜੇ, ਕਹਿੰਦੇ ਉਹਦੇ 'ਚ ਵੀ ਕਰੋੜਾਂ ਰੁਪਏ ਤੇ ਬਾਕੀ ਦਾ ਕਹਿੰਦੇ ਜਿਹੜੇ 100 ਕਰੋੜ ਕੇ 125 ਕਰੋੜ ਵੱਧ ਪੇਮੈਂਟ ਕਰਤੀ, ਉਹਦਾ ਹਜੇ ਰੌਲਾ ਬਾਕੀ ਹੈ, ਉਹ ਪਤਾ ਨਹੀਂ ਕਦੋਂ। ਉਹਦੇ ਵਿੱਚ ਵੀ ਕਈ ਆਉਂਦੇ ਹੈ। ਹਾਂ ਮੇਰਾ ਖਿਆਲ ਉੱਥੇ ਵੀ ਮੰਤਰੀਆਂ ਦੇ ਨਾਮ ਬੋਲਦੇ ਹੈ। ਅੱਛਾ ਬੋਲਦੇ, ਮਿੱਤਰਾਂ ਦਾ ਨਾਮ ਬੋਲਦਾ। ਬੋਲਦਾ ਜੀ ਬੋਲਦਾ, ਉਹ ਮੀਡੀਆ ਹਾਂ ਜਿਹੜਾ ਨਾ ਤੁਹਾਡਾ ਇੱਕ ਉਹ, ਹਾਂ ਕੰਮ ਕਿਤੇ ਕਰਦਾ ਸੀ ਬੰਦਾ, ਤਨਖਾਹ ਕਿਤੋਂ ਲੈਂਦਾ ਸੀ। ਹਾਂ ਬੋਲਦੇ ਆ, ਬੋਲਦਾ ਜੀ। ਅੱਛਾ, ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤੇ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਆਗਿਆ ਚਾਹੁੰਦੇ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ।